सो कहियत है सूरा। आत्म जिनह सगल वस ताकै। जाका सतगुर पूरा। जिन्हां दे संदड़ियां दुरमत वंजै। मित्र असाजणे सेई। हों टुंडेंदी जग सबाया। जन नानक बिरले केई। सतनाम श्री वाहे गुरु साहिब जी। हरिदा गलनी सो सज्जन बीही। एक टुंडेंदी नानहा। तुखा जो माली कारण तिना मापरी। फरीदा एह तन भोखना। नित नित दुखियै कोन। करनी बुझे दे राहां। किती बगै पोन। करनी बुझे दे राहां। किती वगै पोन। वाहिगुरु जी का खालसा वाहिगुरु जी की फतेह। जगत गुरु धन धन साहिब श्री गुरु ग्रंथ साहिब जी दी पावन पवित्र हजूरी दे विच सुभाईमान होए बैठे सतसंगी जनों। सतगुरां ने कृपा कीती है। गुरु पिता जी दे पावन चरनां नाल जुड़न दा सुभाग समा प्राप्त होया है। मनुखी जीवन दे इस लंघ रहे प्रवाह दे विचों कुछ समा गुरु दी विचार नाल जुड़न दा साहिबां ने सानू बख्शिया है। बाबा फरीद जी दी बाणी दे राहीं असी अपने जीवन दी परचोल कर रहे हाँ। ਅਤੇ ਉਹਨਾਂ ਦੀ ਬਾਣੀ ਦੇ ਮੁਤਾਬਿਕ ਅਸੀਂ ਸਮਝਣ ਦਾ ਯਤਨ ਕਰ ਰਹੇ ਹਾਂ। ਸੰਸਾਰ ਕੀ ਹੈ, ਨਿਰੰਕਾਰ ਕੀ ਹੈ, ਪਰਿਵਾਰ ਕੀ ਹੈ, ਪਰਮਾਰਥ ਕੀ ਹੈ, ਧਨ ਕੀ ਹੈ ਅਤੇ ਧਰਮ ਕੀ ਹੈ। ਆਓ ਜਿਸ ਦਿਨ ਇਸ ਉਸ ਦਿਨ ਅਸਲ ਮਾਨੇ ਵਿੱਚ
ਸਾਡਾ ਇਹ ਮਨੁੱਖਾ ਜੀਵਨ ਸਫਲ ਹੋਵੇਗਾ। ਅੱਜ ਦੀ ਪਾਵਨ ਵਿਚਾਰ, ਪਾਵਨ ਸ਼ਲੋਕ 87 ਨੰਬਰ ਸ਼ਲੋਕ ਤੋਂ ਆਰੰਭ ਕਰਾਂਗੇ। 87 ਨੰਬਰ ਤੇ 88 ਨੰਬਰ ਸ਼ਲੋਕ ਦੀ ਵਿਚਾਰ ਤੁਹਾਡੇ ਸਮਕਸ਼ ਰੱਖਣੀ ਹੈ। ਆਰੰਭਤਾ ਤੋਂ ਪਹਿਲਾਂ ਸਾਹਿਬਾਂ ਨੂੰ ਆਪਣੀ ਮਤ ਅਰਪਣ ਕਰੋ, ਮਨ ਗੁਰੂ ਚਰਨਾਂ ਵਿੱਚ ਜੋੜੋ ਤਾਂ ਕਿ ਗੁਰੂ ਕੇ ਸ਼ਬਦ ਨਾਲ ਜੁੜਿਆ ਸਮਾਂ ਸਕਾਰਤ ਹੋ ਸਕੇ। ਇਹ ਮਨ ਨੂੰ ਡੱਕੇ ਡੋਲਿਆਂ ਤੋਂ ਬਚਾਓ ਅਤੇ ਸੱਚ ਦੇ ਨੇੜੇ ਕਰਨ ਦਾ ਯਤਨ ਕਰੋ। ਸੋ ਆਓ ਸਾਰਿਆਂ ਨੇ ਗੁਰਮੰਤਰ ਦੇ ਰਾਹੀਂ ਆਪਣੀ ਸੁਰਤ ਨੂੰ ਇਕਾਗਰ ਕਰਨਾ ਅਤੇ ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਕੇ ਇਸ ਪਰਮਾਰਥ ਦੇ ਪੈਂਡੇ ਨੂੰ ਅਸੀਂ ਤੈਅ ਕਰਨਾ ਹੈ। ਇਸ ਕਰਕੇ ਸਾਰੇ ਅਸੀਸਾਂ ਬਖਸ਼ੋ, ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਸੰਸਾਰ ਦੇ ਵਿੱਚ ਰਹਿਣ ਵਾਸਤੇ ਮਨੁੱਖ ਕਿਸੇ ਨਾ ਕਿਸੇ ਨਾਲ ਸੰਬੰਧ ਜੋੜਦਾ ਹੈ। ਉਸ ਸੰਬੰਧ ਨੂੰ ਮਨੁੱਖਤਾ ਨੇ ਮਿੱਤਰਤਾ ਦਾ ਨਾਮ ਦਿੱਤਾ ਹੈ। ਹਰ ਇੱਕ ਮਨੁੱਖ ਸੰਸਾਰ ਦੇ ਵਿੱਚ ਆ ਕੇ ਕੁਝ ਮਿੱਤਰ ਬਣਾਉਂਦਾ ਹੈ। ਮਿੱਤਰ ਦੇ ਰੂਪ ਵੱਖਰੇ ਹੋ ਸਕਦੇ ਨੇ। ਸੰਸਾਰੀ ਮਿੱਤਰ ਹੋ ਸਕਦਾ ਹੈ, ਸੰਤ ਮਿੱਤਰ ਹੋ ਸਕਦਾ ਹੈ, ਉਸ ਗੁਰੂ ਨੂੰ ਮਿੱਤਰ ਬਣਾਇਆ ਜਾ ਸਕਦਾ ਹੈ ਅਤੇ ਪਰਮਾਤਮਾ ਨੂੰ ਮਿੱਤਰ ਬਣਾਇਆ ਜਾ ਸਕਦਾ ਹੈ। ਪਰ ਮਨੁੱਖ ਦੀ ਇੱਕ ਬਿਰਤੀ ਹੈ, ਇਹ ਕਿਸੇ ਨਾ ਕਿਸੇ ਦੇ ਨਾਲ ਆਪਣੇ ਅੰਦਰ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਹੈ ਔਰ ਆਪਣੀ ਗੱਲ ਜੋ ਕੋਈ ਸੁਣ ਸਕਦਾ ਹੈ, ਅਸਲ ਮਾਅਨੇ ਵਿੱਚ ਉਹ ਮਿੱਤਰ ਤੋਂ ਬਿਨਾਂ ਕੋਈ ਸਹੀ ਤਰੀਕੇ ਨਾਲ ਸੁਣ ਨਹੀਂ ਸਕਦਾ। ਇਸ ਤਰ੍ਹਾਂ ਆਖ ਲਵਾਂ ਕਿ ਮਿੱਤਰ ਕੋਲ ਹੀ ਮਨੁੱਖ ਆਪਣੇ ਸਾਰੇ ਰਾਜ ਖੋਲ੍ਹਦਾ ਹੈ। ਭਾਵੇਂ ਉਹ ਮਿੱਤਰ ਨਿਰੰਕਾਰ ਹੋਵੇ, ਭਾਵੇਂ ਕੋਈ ਸੰਸਾਰ ਦਾ ਮਨੁੱਖ ਹੋਵੇ। ਬਾਬਾ ਫਰੀਦ ਜੀ ਨੇ ਅੱਜ ਬੜੇ ਕਮਾਲ ਦੀ ਵਿਚਾਰ ਸਾਡੇ ਸਮਕਸ਼ ਰੱਖੀ ਹੈ। ਆਖਣ ਲੱਗੇ ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਢੂੰਡੇਂਦੀ ਨਾ ਲਾਹਾਂ। ਆਖਣ ਲੱਗੇ ਬਾਬਾ ਫਰੀਦ ਜੀ, ਗੱਲਾਂ ਨਾਲ ਪਤਿਆਉਣ ਵਾਲੇ ਜਿਹੜੇ ਸੱਜਣ ਨੇ, ਮਿੱਤਰ ਨੇ, ਉਹ ਅਨੇਕਾਂ ਹੀ ਮਿਲ ਪੈਂਦੇ ਹਨ। ਇੱਥੇ ਵੀ ਦਾ ਅਰਥ ਗਿਣਤੀ ਦੇ ਵੀ ਨਹੀਂ, ਅਰਥ ਹੈ ਅਨੇਕਾਂ ਹੀ, ਬੇਅੰਤੀ, ਜਿਹੜੇ ਕਿ ਗੱਲਾਂ ਦੇ ਵਿੱਚ ਮਨੁੱਖ ਨੂੰ ਪਤਿਆ ਲੈਂਦੇ ਨੇ, ਪ੍ਰਸੰਨ ਕਰ ਲੈਂਦੇ ਹਨ, ਪ੍ਰਭਾਵਿਤ ਕਰ ਲੈਂਦੇ ਹਨ। ਔਰ ਇੱਕ ਨਹੀਂ ਅਨੇਕਾਂ ਹੀ ਐਸੇ ਮਿੱਤਰ ਸੰਸਾਰ ਦੇ ਵਿੱਚ ਮਿਲ ਪੈਂਦੇ ਹਨ। ਇੱਕ ਢੂੰਡੇਂਦੀ ਨਾ ਲਾਹਾਂ। ਪਰ ਬਾਬਾ ਫਰੀਦ ਜੀ ਆਖਦੇ ਨੇ, ਅਸਲ ਸੱਜਣ ਮੈਂ ਲੱਭਦੀ ਹਾਂ ਤਾਂ ਮੈਨੂੰ ਇੱਕ ਵੀ ਨਹੀਂ ਲੱਭਦਾ। ਅਸਲ ਮਿੱਤਰ ਨਜ਼ਰ ਨਹੀਂ ਆਉਂਦਾ।
ਆਓ ਕਿ ਗੱਲਾਂ ਨਾਲ ਪਤਿਆਉਣ ਵਾਲੇ, ਗੱਲਾਂ ਨਾਲ ਪ੍ਰਸੰਨ ਕਰਨ ਵਾਲੇ, ਗੱਲਾਂ ਨਾਲ ਸਾਥ ਦੇਣ ਵਾਲੇ, ਗੱਲਾਂ ਨਾਲ ਧਨ ਦੇਣ ਵਾਲੇ, ਗੱਲਾਂ ਨਾਲ ਦੁੱਖ ਨੂੰ ਵਡਾਉਣ ਵਾਲੇ ਬੇਅੰਤ ਮਿਲ ਜਾਂਦੇ ਹਨ। ਜਦੋਂ ਉਹ ਆਖਦੇ ਨੇ ਮੈਂ ਤੇਰੇ ਵਾਸਤੇ ਇਹ ਕਰ ਸਕਦਾ, ਤੇਰੇ ਵਾਸਤੇ ਇਹ ਕਰ ਸਕਦਾ, ਔਰ ਸੰਸਾਰ ਵਿੱਚ ਇਹ ਵੀ ਦਿਲਾਸੇ ਝੂਠ ਤੋੜ ਕੇ ਲਿਆ ਸਕਦਾ। ਔਰ ਕਈ ਵਾਰੀ ਇਹਨਾਂ ਗੱਲਾਂ ਵਿੱਚ ਆਮ ਮਨੁੱਖ ਫਸ ਜਾਂਦਾ ਹੈ। ਇਸ ਕਰਕੇ ਜਦੋਂ ਅਸੀਂ ਸੰਸਾਰ ਨੂੰ ਦੇਖਦੇ ਹਾਂ, ਸੰਸਾਰ ਦੀ ਮਿੱਤਰਤਾ ਦਾ ਮਿਆਰ ਬਹੁਤ ਡਿੱਗਿਆ ਹੋਇਆ ਹੈ, ਬਹੁਤ ਡਿੱਗਿਆ ਹੋਇਆ। ਧਿਆਨ ਨਾਲ ਤੱਕਾਂਗੇ ਤੇ ਇੱਥੇ ਅਨੰਤ ਮਨੁੱਖ ਜਿਹੜੇ ਨਜ਼ਰ ਆ ਰਹੇ ਹਨ, ਦਿਖਾਈ ਦੇ ਰਹੇ ਹਨ। ਉਹਨਾਂ ਦਾ ਜਿਹੜਾ ਮਨੁੱਖ ਨਾਲ ਸੰਬੰਧ ਹੈ ਉਹ ਬਸ ਇਤਨਾ ਹੀ ਹੈ ਜਿੰਨਾ ਚਿਰ ਮਨੁੱਖ ਕੋਲ ਤਨ ਹੈ, ਪਦਾਰਥ ਨੇ, ਮਾਇਆ ਹੈ। ਕਿਉਂਕਿ ਮਹਾਰਾਜ ਜੀ ਬਾਣੀ ਵਿੱਚ ਆਖਦੇ ਨੇ, ਸੇਤੀ ਦੋਸਤੀ ਥੋੜੜਿਆਂ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵਈ। ਇਹ ਜਿਹੜੀ ਦੋਸਤੀ, ਇਹ ਜਿਹੜੀ ਮਿੱਤਰਤਾ, ਇਹ ਜਿਹੜੇ ਸੱਜਣ ਨੇ, ਇਹਨਾਂ ਨੂੰ ਟੁੱਟਦਿਆਂ ਦੇਰ ਨਹੀਂ ਲੱਗਦੀ। ਕਿਉਂਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਮਿੱਤਰ ਬਣਾਉਂਦੇ ਹਾਂ ਤਾਂ ਅਸੀਂ ਇਸ ਕਰਕੇ ਬਣਾਉਂਦੇ ਹਾਂ ਕਿ ਇਹ ਔਖੇ ਵੇਲੇ ਮੇਰੇ ਕਿਸੇ ਕੰਮ ਆਵੇਗਾ, ਮੇਰਾ ਕੋਈ ਸਾਥ ਦੇਵੇਗਾ, ਮੇਰੀ ਕੋਈ ਹੈਲਪ ਕਰੇਗਾ, ਮੇਰੀ ਕੋਈ ਮਦਦ ਕਰੇਗਾ। ਔਰ ਸੰਸਾਰ ਦੇ ਵਿੱਚ ਇਸ ਕਰਕੇ ਅਸੀਂ ਉਸ ਨੂੰ ਹੀ ਮਿੱਤਰ ਬਣਾਉਣਾ ਚਾਹੁੰਦੇ ਨੇ ਜਿਹੜਾ ਸਾਡੀ ਕੋਈ ਮਦਦ ਕਰ ਸਕਦਾ ਹੈ। ਜਿਹੜਾ ਲੱਗਦਾ ਵੀ ਇਹ ਕੋਈ ਸਾਡੀ ਮਦਦ ਨਹੀਂ ਕਰ ਸਕਦਾ, ਮਨੁੱਖ ਉਸ ਦੇ ਨਾਲ ਮਿੱਤਰਤਾ ਨਹੀਂ ਪਾਉਂਦਾ, ਦੋਸਤੀ ਨਹੀਂ ਕਰਦਾ। ਇਸ ਕਰਕੇ ਬਾਣੀ ਨੇ ਆਖਿਆ ਕਿ ਤੂੰ ਜਦੋਂ ਸੰਸਾਰ ਦੇ ਵਿੱਚ ਦੋਸਤੀ ਪਾਉਂਦਾ ਹੈ, ਮਿੱਤਰਤਾ ਪਾਉਂਦਾ ਹੈ, ਤੇ ਇਹ ਮਿੱਤਰਤਾ ਦੇ ਜਿਹੜੇ ਸੰਬੰਧ ਨੇ, ਇਹ ਸੰਬੰਧ ਨੇ ਮਹਾਰਾਜ ਕਹਿੰਦੇ ਨੇ ਜਿਚਰ ਪੈਣਨ ਖਾਵਨੇ ਤਿਚਨ ਰੱਖਣ ਗੰਢ। ਇਹ ਜਿਹੜੇ ਸੰਸਾਰ ਵਿੱਚ ਤੂੰ ਮਿੱਤਰ ਬਣਾਏ ਨੇ ਨਾ, ਇਹ ਸੰਸਾਰ ਦੇ ਵਿੱਚ ਗੱਲਾਂ ਵਾਲੇ ਜਿਹੜੇ ਮਿੱਤਰ ਨੇ, ਗੱਲਾਂ ਨਾਲ ਪਤਿਆਉਣ ਵਾਲੇ ਜਿਹੜੇ ਮਿੱਤਰ ਨੇ, ਇਹ ਉਹਨਾਂ ਚਿਰ ਹੀ ਤੇਰੇ ਮਿੱਤਰ ਨੇ ਜਿੰਨਾ ਚਿਰ ਤੇਰੇ ਕੋਲੋਂ ਖਾਣ ਵਾਸਤੇ, ਪਾਣ ਵਾਸਤੇ ਕੁਝ ਪ੍ਰਾਪਤ ਹੋ ਰਿਹਾ ਹੈ। ਜਿਚਰ ਪੈਣਨ ਖਾਵਨੇ ਤਿਚਰ ਰੱਖਣ ਗੰਢ, ਜਿਸ ਦਿਨ ਕਛੂ ਨਾ ਹੋਵੇ ਤਿਤ ਦਿਨ ਬੋਲਣ ਗੰਧ। ਜਿਸ ਦਿਨ ਤੇਰੇ ਕੋਲ ਕੁਛ ਨਾ ਪੱਲੇ ਰਿਹਾ, ਉਸ ਦਿਨ ਇਹਨਾਂ ਨੇ ਤੈਨੂੰ ਮਾੜਾ ਕਹਿਣਾ, ਗਾਲਾਂ ਕੱਢਣੀਆਂ ਨੇ, ਸਾਰਿਆਂ ਦੇ ਵਿੱਚ ਤੇਰੀ ਖਿੱਲੀ ਉਡਾਉਣੀ ਹੈ, ਮਜ਼ਾਕ ਉਡਾਉਣੀ ਹੈ। ਉਹ ਵੀ ਕੋਈ ਬੰਦਾ ਹੈ, ਉਹ ਵੀ ਕੋਈ ਬੰਦਾ ਹੈ। ਇਸ ਕਰਕੇ ਸੰਸਾਰ ਵਿੱਚ ਗੱਲਾਂ ਵਾਲੇ ਮਿੱਤਰ, ਮੈਂ ਭਾਈ ਵੀਰ ਸਿੰਘ ਜੀ ਦੇ ਜੀਵਨ ਵਿੱਚੋਂ ਗੱਲ ਪੜ੍ਹ ਰਿਹਾ ਸਾਂ। ਕਹਿੰਦੇ ਭਾਈ ਵੀਰ ਸਿੰਘ ਰੋਜ਼ ਸੈਰ ਕਰਨ ਵਾਸਤੇ ਜਾਂਦੇ ਸਨ। ਇੱਕ ਬੰਦਾ ਰੋਜ਼ ਮਿਲਦਾ ਸੀ, ਕੁਝ ਸਮਾਂ ਸੈਰ ਕਰਦੇ ਸੀ, ਉਹ ਆਪਣੇ ਰਸਤੇ ਚਲੇ ਜਾਂਦਾ ਸੀ, ਇਹ ਆਪਣੇ ਰਸਤੇ ਚਲੇ ਜਾਂਦੇ ਸਨ। ਭਾਈ ਵੀਰ ਸਿੰਘ ਨੂੰ ਲੋਕ ਕਾਫੀ ਜਾਣਦੇ ਸਨ, ਕਾਫੀ ਨਾਮਣਾ ਸੀ ਭਾਈ ਸਾਹਿਬ ਦਾ, ਬੜੀ ਉੱਚੀ ਸ਼ਖਸੀਅਤ ਦੇ ਮਾਲਕ ਸਨ। ਨਾਮਣਾ ਹੋਣ ਕਰਕੇ ਇੱਕ ਸੱਜਣ ਨੇ ਆਖਿਆ ਮੈਂ ਆਪ ਜੀ ਦੇ ਨਾਲ ਮਿੱਤਰਤਾ ਕਰਨੀ ਹੈ। ਔਰ ਮੈਂ ਆਪ ਜੀ ਨੂੰ ਮਿੱਤਰ ਬਣਾਉਣਾ, ਔਰ ਨਾਲ ਆਖਿਆ ਕਿਸੇ ਦਿਨ ਵਕਤ ਮਿਲੇ ਤੇ ਮੈਂ ਆਪਣੇ ਮਿੱਤਰ ਦੀ ਉਡੀਕ ਕਰਾਂਗਾ, ਪਾਓ ਤੁਸੀਂ ਮੇਰੇ ਘਰ ਵਿੱਚ ਆਇਓ। ਭਾਈ ਮਿੱਤਰ ਜੀ ਵੀ, ਭਾਈ ਵੀਰ ਸਿੰਘ ਜੀ ਵੀ
ਬੜੇ ਸਿਆਣੇ ਸਨ, ਇਸ ਕਰਕੇ ਮਨੁੱਖ ਦੀ ਪਰਖ ਸੀ। ਪਰ ਫਿਰ ਵੀ ਅਗਲਾ ਕਹਿੰਦਾ ਕਿ ਮੈਂ ਤੁਹਾਡੇ ਨਾਲ ਮਿੱਤਰਤਾ ਬਣਾਉਣੀ ਹੈ, ਤੁਹਾਡੇ ਨਾਲ ਦੋਸਤੀ ਕਰਨੀ ਹੈ। ਭਾਈ ਵੀਰ ਸਿੰਘ ਨੇ ਪਹਿਲਾਂ ਉਸ ਨੂੰ ਪਰਖ ਕੇ ਵੇਖਿਆ ਕਿ ਇਸ ਨੂੰ ਵੇਖ ਕੇ ਹਾਂ ਤੇ ਸਹੀ ਕਿ ਇਹ ਮਿੱਤਰਤਾ ਨਿਭਾਉਣ ਜੋਗਾ ਹੈ। ਕਿਉਂਕਿ ਗੁਰਮਤ ਦੇ ਵਿੱਚ ਜੋ ਕਸਵੱਟੀ ਮਿੱਤਰਤਾ ਦੀ ਦੱਸੀ ਕਿ ਉਸ ਯੋਗ ਹੈ। ਕਿਉਂਕਿ ਜੇ ਕਿਤੇ ਅਣਜਾਣ ਮਨੁੱਖ ਨਾਲ ਦੋਸਤੀ ਕਰ ਲਈਏ ਤੇ ਗੁਰੂ ਸਾਹਿਬ ਆਖਦੇ ਨੇ, ਨਾਲ ਇਆਨੇ ਦੋਸਤੀ ਵਡਾਰੂ ਸਿਉ ਨੇਹ ਪਾਣੀ ਅੰਦਰ ਲੀਕ ਜੋ ਤਿਸ ਦਾ ਥਾਉ ਨਾ ਥੇ। ਇਆਣੇ ਮਨੁੱਖ ਨਾਲ ਦੋਸਤੀ ਕਰਨੀ ਇਸ ਤਰ੍ਹਾਂ ਜਿਵੇਂ ਕਿ ਪਾਣੀ ਵਿੱਚ ਲਕੀਰ ਪਾਈਏ ਤੇ ਪਾਣੀ ਦੀ ਲਕੀਰ ਤਾਂ ਉਸ ਵੇਲੇ ਮਿਟ ਜਾਂਦੀ ਹੈ। ਪਾਣੀ ਦੀ ਲਕੀਰ ਤੇ ਇਸ ਵੇਲੇ ਮਿਟ ਜਾਂਦੀ ਹੈ। ਇਸ ਕਰਕੇ ਭਾਈ ਵੀਰ ਸਿੰਘ ਜੀ ਇੱਕ ਦਿਨ ਉਸ ਇਲਾਕੇ 'ਚ ਗੁਜ਼ਰ ਰਹੇ ਸਨ। ਉਸ ਬੰਦੇ ਦੇ ਘਰ ਚਲੇ ਗਏ, ਕਿਉਂਕਿ ਪਰਖਣਾ ਸੀ ਕਿ ਇਹ ਸੱਜਣ ਮਿੱਤਰ ਹੈ ਜਾਂ ਲਾਲਚੀ ਮਿੱਤਰ ਹੈ। ਕਿਉਂਕਿ ਗੁਰਬਾਣੀ ਨੂੰ ਬੜਾ ਬਾਚਿਆ ਸੀ ਭਾਈ ਸਾਹਿਬ ਨੇ, ਉਹਨਾਂ ਨੂੰ ਬਾਰ-ਬਾਰ ਇਹ ਪੰਕਤੀਆਂ ਅੰਦਰ ਚੱਲ ਰਹੀਆਂ ਸਨ ਕਿ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁੰ ਦਿਸ ਘੇਰੈ ਵਿਪਤ ਪਰੀ ਸਭ ਹੀ ਸੰਗ ਛਾਡਤ ਕੋ ਨ ਆਵਤ ਨੇਰੈ। ਜਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਹ ਅਗੰਮੀ ਬੋਲ, ਇਹ ਜਗ ਮੀਤ ਨ ਦੇਖਿਓ ਕੋਈ ਆਪਣੇ ਹੀ ਸੁਖ ਸੋ ਸਭ ਬਾਂਧਿਓ ਦੁੱਖ ਮੈਂ ਸੰਗ ਨਾ ਹੋਈ। ਸੰਸਾਰ ਆਪਣੇ ਸੁੱਖ ਦੇ ਵਿੱਚ ਹੀ ਲੱਗਿਆ ਹੋਇਆ ਹੈ, ਪਰ ਦੁੱਖ ਵਿੱਚ ਇਹ ਸੰਗ ਨਹੀਂ ਹੁੰਦਾ। ਇਸ ਜਗਤ ਵਿੱਚ ਕੋਈ ਐਸਾ ਮਿੱਤਰ ਦਿਖਾਈ ਨਹੀਂ ਦਿੰਦਾ। ਹੁਣ ਉਸਦੇ ਘਰ ਗਏ, ਬੜਾ ਸਤਿਕਾਰ, ਆਓ ਭਗਤ, ਆਪਣੇ ਬੱਚਿਆਂ ਨੂੰ ਮਿਲਵਾਇਆ, ਪਤਨੀ ਨੂੰ ਮਿਲਵਾਇਆ। ਇਹ ਮੇਰੇ ਮਿੱਤਰ ਨੇ ਭਾਈ ਵੀਰ ਸਿੰਘ ਜੀ, ਬਹੁਤ ਕਲੋਜ਼ ਮਿੱਤਰ ਬਣ ਗਏ ਹਨ। ਹੁਣ ਭਾਈ ਵੀਰ ਸਿੰਘ ਨੇ ਪਰਖਣਾ ਸੀ, ਜਾਣ ਲੱਗਿਆ ਕਹਿਣ ਲੱਗੇ, ਉਹ ਮੇਰੇ ਕੋਲੋਂ ਪਰਸ ਘਰ ਰਹਿ ਗਿਆ ਤੇ ਤੁਸੀਂ ਇੱਕ ਕੰਮ ਕਰੋ, ਕੁਛ ਮਾਇਆ ਮੈਨੂੰ ਦਿਓ। ਤੇ ਜੋ ਮਾਇਆ ਮੰਗੀ ਸੀ ਉਸਨੇ ਦੇ ਦਿੱਤੀ ਔਰ ਆਖਿਆ ਵੀ ਇਹ ਘਰ ਤੁਹਾਡਾ ਹੀ ਹੈ, ਇੱਥੇ ਜੋ ਕੁਛ ਹੈ ਸਭ ਤੁਹਾਡਾ ਹੀ ਹੈ, ਜੇ ਕੁਛ ਹੋਰ ਲੋੜ ਹੋਵੇ ਤੇ ਦੱਸੋ। ਜੋ ਮਾਇਆ ਮੰਗੀ ਸੀ ਭਾਈ ਸਾਹਿਬ ਲੈ ਕੇ ਚਲੇ ਗਏ। ਭਾਈ ਵੀਰ ਸਿੰਘ ਅਗਲੇ ਦਿਨ ਫਿਰ ਆਉਂਦੇ ਹਨ ਔਰ ਫਿਰ ਆਪਣੇ ਮਿੱਤਰ ਦਾ ਬੂਹਾ ਖੜਖੜਾਉਂਦੇ ਹਨ। ਦਰਵਾਜ਼ਾ ਖੁੱਲ੍ਹਦਾ ਹੈ, ਆਓ ਭਗਤ ਹੁੰਦੀ ਹੈ, ਆਓ ਭਾਈ ਸਾਹਿਬ। ਜਾਣ ਲੱਗਿਆ ਫਿਰ, ਉਹ ਅੱਜ ਵੀ ਮੈਂ ਪਰਸ ਭੁੱਲ ਗਿਆ, ਤੁਹਾਡੇ ਪੈਸੇ ਇਕੱਠੇ ਦੇ ਦੇਵਾਂਗਾ, ਤੁਸੀਂ ਮੈਨੂੰ ਪੈਸੇ ਦੇ ਦਿਓ। ਅੱਜ ਫਿਰ ਪੈਸੇ ਦੇ ਦਿੱਤੇ। ਜਿਹੜਾ ਬੰਦਾ ਕੱਲ ਕਹਿ ਰਿਹਾ ਸੀ ਸਭ ਕੁਝ ਤੁਹਾਡਾ ਹੈ, ਜੋ ਲੋੜ ਹੋਵੇ ਤੇ ਕੋਈ ਗੱਲ ਨਹੀਂ ਮੰਗ ਲੈਣਾ, ਅੱਜ ਕਹਿ ਰਿਹਾ ਕੋਈ ਗੱਲ ਨਹੀਂ। ਅਕਸਰ ਬੰਦਾ ਭੁੱਲ ਜਾਂਦਾ ਪੈਸੇ, ਕੋਈ ਨਹੀਂ ਦੇ ਦਿੰਦੇ ਆ, ਦੇ ਦਿੱਤੇ। ਔਰ ਸੱਚ ਜਾਣਨਾ, ਤੀਜੇ ਦਿਨ ਜਦੋਂ ਭਾਈ ਵੀਰ ਸਿੰਘ ਜੀ ਉਸ ਰਸਤੇ ਤੇ ਗਏ ਔਰ ਉਸਦੇ ਦਰਵਾਜ਼ੇ ਨੂੰ ਖੋਲ੍ਹਣ ਵਾਸਤੇ ਬੂਹੇ ਤੇ ਪਹੁੰਚੇ ਤੇ ਉਸਨੇ ਬੂਹਾ ਬੰਦ ਕਰ ਲਿਆ, ਬੂਹਾ ਬੰਦ ਕਰ ਲਿਆ। ਉਹ ਪੈਸੇ ਵਾਪਸ ਕਰਨ ਵਾਸਤੇ ਗਏ ਸਨ ਤੇ ਜਿਹੜੇ ਮਨੁੱਖ ਨੇ ਕਿਹਾ ਸੀ ਤੁਸੀਂ ਮੇਰੇ ਸੱਚੇ ਮਿੱਤਰ ਹੋ, ਪਿਆਰ ਵਾਲਿਓ ਸੱਚ ਜਾਣਨਾ, ਜਦੋਂ ਬੂਹਾ ਖੜਖੜਾਇਆ ਤੇ ਦਰਵਾਜ਼ਾ ਨਾ ਖੁੱਲਿਆ, ਆਵਾਜ਼ ਮਾਰੀ ਤੇ ਉਸਦੇ ਪੁੱਤਰ ਨੇ ਆਪਣੇ ਪਿਓ ਨੂੰ ਕਿਹਾ ਕਿ ਤੁਹਾਡੇ ਮਿੱਤਰ ਜੀ ਆਏ ਨੇ, ਤੁਹਾਡੇ ਕਲੋਜ਼ ਮਿੱਤਰ ਨੇ। ਉਹ ਬੰਦਾ ਕਹਿੰਦਾ ਸਮਝਿਆ ਮੈਂ ਮਿੱਤਰ ਹੀ ਸੀ, ਪਰ ਇਹ ਤਾਂ ਮੰਗਤਾ ਨਿਕਲਿਆ, ਮੰਗਤਾ ਨਿਕਲਿਆ। ਭਾਈ ਵੀਰ ਸਿੰਘ ਜਾਰੋ ਜਾਰ ਰੋ ਪਏ ਕਿ ਮੈਂ ਤਾਂ ਪੈਸੇ ਮੁੜਨ ਵਾਸਤੇ ਆਇਆ ਸੀ, 2 ਦਿਨ ਪੈਸੇ ਲਏ ਨੇ ਔਰ 2 ਦਿਨ ਦੇ ਵਿੱਚ ਇਸਨੇ ਮੈਨੂੰ ਮੰਗਤਾ ਸਾਬਿਤ ਕਰ ਦਿੱਤਾ ਹੈ। ਅਸੀਂ ਜੁਗਾਂ ਜੁਗਾਂ ਤੋਂ ਲੈਂਦੇ ਆ ਰਹੇ ਹਾਂ, ਤਾਂ ਵੀ ਉਸਨੇ ਆਪਣੇ
दरवाजे बंद नहीं किए, इसने 2 दिन के अंदर बूहे बंद कर ले, पर रब जुगों जुगों तो मित्र है, वो कभी अपने दरवाजे बंद नहीं करता। क्योंकि गल्लां नाल मित्रता बनानी बड़ी सौखी है। क्योंकि मनमुखां नाल संबंध जोड़ना, मनमुख मित्र नूं मित्र समझना, समझ इस वास्ते ही संबंध है केवल माया तक, जिचर पैनन खावने तिचर रखण कंध, जिस दिन कछू ना होवे तिस दिन बोलन कंध। जिन्ना बंदे कोल कुछ नहीं रहिंदा उस दिन वो गालां कढदे ने, माड़ा बोलते हैं, लोकां विच बदखुई करते हैं। इस करके बाबा फरीद जी कहते जो मैं संसार नूं ध्यान नाल तकदा हाँ, देखदा हाँ, ते गल्लां वाले सज्जन तां सैकड़े ही ने, बेअंत ही ने। गुरु नानक पातशाह ने जदों अलख जगाया सी सज्जन दे कोल जाके, उत्थे भी गुरु साहब जी ने यही गल आखी सी कि लोग तैनूं सज्जन कहंदे ने, पर तू सज्जन नहीं है। सज्जन तां ਉਹ ਨੇ ਜਿਹੜੇ कि ਇੱਥੇ भी मदद करन ते उत्थे भी मदद करन, ਜਿਹੜੇ इस लोक विच भी हामी भरन ते परलोक दे विच भी सहायता करन। और गुरु साहब ने आख्या सी तेरी हालत ऐसी है, ऊजल कह चलना कोटिम कालड़ी मस, तोहत्या झूठ न उतरै जेसो धोमा तिस। कहें दा भांडा कहते चमकदा बहुत है, पर जितनी वारी भी उसनूं धो ना, हर वेले वो कहें दा भांडा जिहड़ा मनुख दे हत्थ नूं काला कर दिंदा है। लोग तेरे नाल सज्जन करके वरतदे ने, पर तेरे अंदर कालक है, तो उन्होंने केवल दुखी देना है, पीड़ा ही देना है, दर्द ही देना है, तेरे कोल होर है की चमकदा बना है। सगों सज्जन वो है, गुरु नानक पातशाह ने आख्या सज्जन सही नाल मैं चलदियां नाल चलन, जिथे लेखा मंगीए तिथे खड़े दिसन। जिथे लेखा मंगया जाना है उत्थे खड़े होण, समझ लो वो सज्जन मित्र ने, जिथे लेखा होना। पर तेरी हालत ऐसी है, बग्गा बग्गे कपड़े तीर्थ मंज बसन, घुट घुट जियां खावने बग्गे ना कहियां। तू ऐसा सज्जन है कि कपड़े चिट्टे पाए ने, लोग तैनूं साध समझते ने, मित्र समझ लेंदे ने, सज्जन समझ लेंदे ने, पर तेरी हालत बगले वर्गी है। तीरथ दे उत्ते तू रहिंदा है, पर इत्थे केवल तां केवल लोकां नूं मार के उन्हां दा तन खोना चाहना है। गल्लां तू बड़ी सियाणी कर लैंदा, बड़ी मिठियां कर लैंदा, लोग तेरी गल्लां विच आ जांदे हन, तेरी सरां विच रुक जांदे ने, और तू उन्हां नूं कतल करके उन्हां दा तन लुट लैंदा। इस करके गुरबाणी कहती है कि गल्लां वाले मित्र बहुत ने, पर असल मित्र, क्योंकि गुरबाणी ने असल मित्र उसनूं मन्निया है। कोई जाने कबन इहां जगमीत, जिस होए कृपाल सोई विद बूझै ताकी दरमल दे। कोई विरला जानदा कि मेरा असल मित्र इत्थे कौन है। असल मित्र गुरबाणी उन्होंने आखदी है जिन्हां दे संदड़ियां दुरमत बन जाए मित्र असादड़े सही। हों ढूढ़ेंदी जग सवाया जर नानक विरले कई। जिन्हों मिल के, जिन्हों देख के ही भैड़ी मत का नाश हो जाए, वो साडे असल मित्र ने। ते हों ढूढ़ेंदी जग सवाया, मैं ढूंढदी हाँ संसार विच, पर जगत विच सवाए सवाए ने। जिहड़ी गल इत्थे आखदे ने फरीदा गली सो सज्जन भी एक ढूंढेंदी ना लाहां, जन नानक विरले के विरले विरले हैं। जिन्हों देख के दुरमत भैड़ी मत विकार जिहड़े ने वो नाश हो जाते ने। ख्याल करना वो विरले विरले मित्र ने, सारे नहीं, सारे मित्र नहीं, विरले विरले ने। नहीं तो गल्लां वाले मित्र इत्थे बहुत ने। और गुरमत ने इस करके उन्होंने ही मित्र कहा। जाके दरस कोट पाप उतारे, भेटत संग ए पहुजल तारे। ओए साजन ओए मीत हमारे प्यारे। ओए सज्जन मित्र ने, ओए साजन ओए मीत प्यारे, जो हमको हर नाम चितारे। वही सज्जन मित्र ने जिहड़े सानू रब दा नाम चेता कराउंदे हन, परमात्मा दे नाल जोड़दे ने, प्रभु नाल जोड़दे ने।
ਬਾਕੀ ਸੰਸਾਰ ਵਿੱਚ ਜਿਨ੍ਹਾਂ ਨੂੰ ਅਸੀਂ ਮਿੱਤਰ ਸਮਝਦੇ ਹਾਂ, ਗੱਲਾਂ ਨਾਲ ਪਤਿਆਉਣ ਵਾਲੇ ਤਾਂ ਬਹੁਤ ਸਾਰੇ ਮਿੱਤਰ ਮਿਲ ਜਾਣਗੇ, ਪਰ ਅਸਲ ਸੱਜਣ ਮਿੱਤਰ ਜਿਹੜਾ ਕਿ ਹਰ ਦੁੱਖ ਵਿੱਚ ਹਰ ਵੇਲੇ ਸਾਡੇ ਕੰਮ ਆਵੇ, ਸਾਡਾ ਸਾਥ ਦੇਵੇ, ਔਖੇ ਤੋਂ ਔਖੇ ਵੇਲੇ ਉਹ ਸਾਹਮਣੇ ਖਲੋਤਾ ਹੋਵੇ, ਐਸਾ ਮਿੱਤਰ ਤਾਂ ਫਿਰ ਕੋਈ ਗੁਰਮੁਖ ਹੀ ਹੋ ਸਕਦਾ ਹੈ, ਗੁਰੂ ਹੀ ਹੋ ਸਕਦਾ ਹੈ, ਪਰਮਾਤਮਾ ਹੀ ਹੋ ਸਕਦਾ ਹੈ। ਔਰ ਖਿਆਲ ਕਰਨਾ ਇਸ ਕਰਕੇ ਸੰਸਾਰ ਦੀ ਹਾਲਤ ਜੋ ਇੱਥੇ ਦੱਸ ਰਹੇ ਨੇ ਬਾਬਾ ਫਰੀਦ ਸਾਹਿਬ ਜੀ, ਆਖਣ ਲੱਗੇ ਧੋਖਾਂ ਜਿਉ ਮਾਲਿਹੀ ਕਾਰਨ ਤੇਨਾ ਮਾਪਰੀ। ਦੁੱਖਾਂ ਦਾ ਅਰਥ ਹੈ ਅੰਦਰੇ ਅੰਦਰ ਮੈਂ ਦੁਖੀ ਹੋ ਰਿਹਾ ਹਾਂ, ਕਿਉਂਕਿ ਮਿੱਲੀ ਮਿੱਲੀ ਮਾਲੀ ਦਾ ਅਰਥ ਹੁੰਦਾ ਹੈ ਸੁੱਕੇ ਗੋਹੇ ਦਾ ਚੂਰਾ। ਜਿਵੇਂ ਅੱਗ ਦੇ ਵਿੱਚ ਸੁੱਕੇ ਗੋਹੇ ਦਾ ਚੂਰਾ ਪਾਓ ਨਾ, ਉਹ ਧੂੰਆਂ ਕਰਦਾ ਹੈ। ਇਸ ਤਰ੍ਹਾਂ ਸੰਸਾਰ ਦੇ ਅੰਦਰ ਇਹ ਜਿਹੜੇ ਮਿੱਤਰ ਨੇ ਨਾ, ਜਦੋਂ ਇਹਨਾਂ ਨੂੰ ਵੇਖੀਦਾ ਗੱਲਾਂ ਵਾਲੇ ਮਿੱਤਰਾਂ ਨੂੰ, ਤੇ ਅੰਦਰਲਾ ਦੁਖੀ ਹੋ ਜਾਂਦਾ ਹੈ। ਮੈਂ ਜਾਣਿਆ ਵਡ ਹੰਸ ਹੈ ਤਾਂ ਮੈਂ ਕੀਆ ਸੰਗ। ਬੰਦਾ ਕਈ ਵਾਰੀ ਸੋਚਦਾ ਕਿ ਇਹ ਹੰਸ ਬਿਰਤੀ ਦਾ ਮਾਲਕ ਹੈ, ਗੁਰਮੁਖ ਸੱਜਣ ਹੈ, ਮਿੱਤਰਤਾ ਮਨੁੱਖ ਬਣਾ ਲੈ। ਮੈਂ ਜਾਣਿਆ ਵਡ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਨਣਾ ਵਗ ਵਪੜਾ ਤਾਂ ਜਨਮ ਨਾ ਦੇਂਦੀ ਅੰਗ। ਜੇ ਪਤਾ ਹੁੰਦਾ ਇਹ ਬਗਲਾ, ਮੈਂ ਕਦੀ ਵੀ ਇਸ ਦੇ ਨੇੜੇ ਨਾ ਪੈਂਦਾ। ਕਿਉਂਕਿ ਜਦੋਂ ਉਹ ਮਿੱਤਰ ਮਿਲਦੇ ਨਹੀਂ ਨਾ, ਬੰਦਾ ਅੰਦਰੋਂ ਅੰਦਰੋਂ ਦੁਖੀ ਹੋ ਜਾਂਦਾ ਹੈ। ਮੈਂ ਕੁਝ ਹੋਰ ਸਮਝਿਆ ਸੀ, ਨਿਕਲਾ ਕੁਝ ਹੋਰ। ਇਹ ਤਾਂ ਇਸ ਤਰ੍ਹਾਂ ਦੇ ਮਿੱਤਰ ਜਿਵੇਂ ਸੁੱਕੇ ਗੋਹੇ ਦਾ ਚੂਰਾ ਹੁੰਦਾ ਹੈ ਤੇ ਉਹ ਧੂੰਆਂ ਦਿੰਦਾ ਹੈ। ਕਾਰਨ ਤਿੰਨਾ ਮਾਂ ਪ੍ਰੀ, ਮਾਂ ਦਾ ਅਰਥ ਹੈ ਮੇਰਾ, ਪ੍ਰੀ ਦਾ ਅਰਥ ਪ੍ਰੀ, ਪਿਆਰੇ ਸੱਜਣ ਦੀ ਖਾਤਰ। ਕਹਿੰਦੇ ਉਹਨਾਂ ਪਿਆਰੇ ਸੱਜਣਾਂ ਦੀ ਖਾਤਰ ਮੈਂ ਅੰਦਰੋਂ ਅੰਦਰੀ ਦੁਖੀ ਹੁੰਦੀ ਹਾਂ, ਦੁਖਦੀ ਹਾਂ। ਇਸ ਤਰ੍ਹਾਂ ਬਾਬਾ ਫਰੀਦ ਜੀ ਇੱਥੇ ਸਮਝਾਉਣਾ ਚਾਹ ਰਹੇ ਹਨ ਕਿ ਸੰਸਾਰ ਦੇ ਵਿੱਚੋਂ ਜਿਹੜੇ ਸਤਸੰਗੀ ਮਿੱਤਰ ਨੇ, ਚੰਗੇ ਮਿੱਤਰ ਨੇ, ਉਹ ਨਾ ਮਿਲਣ ਕਰਕੇ ਮੈਂ ਅੰਦਰੋਂ ਧੁਖਦੀ ਹਾਂ। ਉਸ ਗੋਹੇ ਦੇ ਚੂਰੇ ਵਾਂਗ ਅੰਦਰੋਂ ਮੈਂ ਦੁਖੀ ਹੁੰਦੀ ਹਾਂ ਜਦੋਂ ਸੱਜਣ ਮਿੱਤਰ ਨਹੀਂ ਮਿਲਦੇ। ਕਿਉਂਕਿ ਸਤਸੰਗੀ ਕੋਈ ਮਿਲ ਜਾਏ ਤਾਂ ਜੀਵਨ ਪਾਰ ਹੋ ਜਾਂਦਾ ਹੈ। ਸਤ ਦਾ ਸੰਗੀ ਕੋਈ ਮਿਲ ਜਾਏ ਤਾਂ ਉਹ ਜੀਵਨ ਨੂੰ ਸਿਰੇ ਲਾ ਦਿੰਦਾ ਹੈ। ਉਹਨਾਂ ਬਾਰੇ ਹੀ ਗੁਰਮਤਿ ਨੇ ਆਖਿਆ ਕਿ ਜਨ ਕੇ ਚਰਨ ਵਸੈ ਮੇਰੇ ਹੀਐ ਰਹਿ ਸੰਗ ਪੁਨੀਤਾ ਦੇਹੀ, ਜਨ ਕੀ ਤੁਹਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ। ਇਹੋ ਜਿਹੇ ਸਤਸੰਗੀ ਸੱਜਣ ਜੇ ਮਿਲ ਜਾਣ ਤੇ ਬੇੜਾ ਪਾਰ ਹੋ ਜਾਂਦਾ ਹੈ। ਪਰ ਹੈਣ ਬੜੇ ਬਿਰਲੇ ਨੇ ਸੰਸਾਰ ਦੇ ਵਿੱਚ ਉਹ ਸਤਸੰਗੀ ਮਿੱਤਰ, ਰੱਬ ਦੇ ਪਿਆਰੇ ਮਿੱਤਰ, ਜਿਨ੍ਹਾਂ ਨੂੰ ਲੱਭਣ ਦੀ ਬਾਬਾ ਫਰੀਦ ਜੀ ਗੱਲ ਆਖਦੇ ਨੇ। ਜਿਨ੍ਹਾਂ ਇੱਕ ਸੱਜਣ ਵੀ ਮਿਲ ਗਿਆ ਕੋਈ ਇਸ ਤਰ੍ਹਾਂ ਰੱਬ ਦਾ ਪਿਆਰਾ ਸਤਸੰਗੀ, ਰੱਬ ਨਾਲ ਜੁੜਿਆ ਹੋਇਆ, ਤਾਂ ਜੀਵਨ ਸਫਲਾ ਹੋ ਜਾਂਦਾ ਹੈ। ਪਰ ਹੈ ਬੜਾ ਔਖਾ। ਜਦੋਂ ਇਹੋ ਜਿਹੇ ਸਤਸੰਗੀ ਸੱਜਣ ਨਾ ਮਿਲਣ ਤਾਂ ਮਨੁੱਖ ਅੰਦਰੋਂ ਅੰਦਰ ਧੁਖਦਾ ਹੈ, ਦੁਖੀ ਹੁੰਦਾ ਹੈ, ਅੰਦਰੋਂ ਅੰਦਰੀ ਸੜਦਾ ਰਹਿੰਦਾ ਹੈ। ਆਓ ਕਿ ਐਸਾ ਕੋਈ ਸੱਜਣ ਮਿੱਤਰ ਚਾਹੀਦਾ ਜਿਹੜਾ ਕਿ ਮੇਰੀ ਬੇੜੀ ਨੂੰ, ਮੇਰੀ ਜ਼ਿੰਦਗੀ ਨੂੰ ਦੁੱਖਾਂ ਦੇ ਵਿੱਚੋਂ ਪਾਰ ਕਰ ਦੇਵੇ। ਜਿਹੜੇ ਦੁੱਖਾਂ ਦੀ ਨਦੀ ਹੈ ਨਾ, ਇਸ ਦੇ ਵਿੱਚੋਂ ਪਾਰ ਕਰ ਦੇਵੇ। ਐਸਾ ਕੋਈ ਮੱਲਾ ਚਾਹੀਦਾ, ਐਸਾ ਕੋਈ ਮਿੱਤਰ ਚਾਹੀਦਾ, ਐਸਾ ਕੋਈ ਪ੍ਰੇਮੀ ਚਾਹੀਦਾ, ਰੱਬ ਦਾ ਪਿਆਰਾ ਚਾਹੀਦਾ। ਪਰ ਗੱਲਾਂ ਵਾਲੇ ਬੇਅੰਤ ਨੇ, ਪਰ ਐਸੇ ਸੱਜਣ ਮਿੱਤਰ ਬਾਬਾ ਫਰੀਦ ਜੀ ਕਹਿੰਦੇ ਮਿਲਦੇ ਨਹੀਂ, ਜਿਹੜੇ ਮੇਰੀ ਦੁੱਖਾਂ ਦੇ ਵਿੱਚੋਂ ਇਸ ਬੇੜੀ ਨੂੰ ਪਾਰ ਕਰਦੇ ਨੇ। ਜ਼ਿੰਦਗੀ ਦੀ ਜਿਹੜੀ ਬੇੜੀ ਹੈ ਨਾ, ਇਹ ਦੁੱਖਾਂ ਦੀ ਨਦੀ ਵਿੱਚੋਂ ਲੰਘ ਰਹੀ ਹੈ। ਉੱਥੇ ਜੋ ਡੱਕੇ ਡੋਲੇ ਖਾਈ ਜਾ ਰਹੀ ਹੈ, ਸੰਸਾਰ ਦੇ ਵਿੱਚ ਹੀ ਦੁਖੀ ਹੋਈ ਜਾ ਰਹੀ ਹੈ। ਲੋਕ ਧਰਵਾਸਾ ਦੇਈ ਜਾਂਦੇ ਨੇ, ਪਰਵਾਸਾ ਦੇਈ ਜਾਂਦੇ ਨੇ। ਅਸੀਂ ਤੁਹਾਡਾ ਇਹ ਕੰਮ ਕਰ ਦਿਆਂਗੇ, ਅਸੀਂ ਇਹ ਕੰਮ ਕਰ ਦਿਆਂਗੇ, ਅਸੀਂ ਤੁਹਾਡੇ ਨਾਲ ਖਲੋਤੇ ਹੋਏ ਹਾਂ।
ਪਰ ਜਦੋਂ ਦੁੱਖ ਆਉਂਦਾ ਫਿਰ ਕੋਈ ਸਾਥ ਨਹੀਂ ਦਿੰਦਾ। ਜ਼ਿੰਦਗੀ ਦੇ ਬੇੜੇ ਨੂੰ ਦੁੱਖਾਂ ਦੀ ਨਦੀ ਵਿੱਚੋਂ ਕੋਈ ਪਾਰ ਨਹੀਂ ਲਗਾਉਂਦਾ। ਐਸੇ ਮਿੱਤਰ ਚਾਹੀਦੇ ਨੇ ਜੋ ਇੱਥੇ ਬਾਬਾ ਫਰੀਦ ਜੀ ਆਖਦੇ ਨੇ ਕਿ ਗੱਲਾਂ ਵਾਲੇ ਬੇਅੰਤ ਨੇ, ਪਰ ਉਹ ਮਿੱਤਰ ਨਹੀਂ ਜਿਹੜੇ ਕਿ ਮੇਰੀ ਇਸ ਬੇੜੀ ਨੂੰ, ਜ਼ਿੰਦਗੀ ਰੂਪੀ ਬੇੜੀ ਨੂੰ ਦੁੱਖਾਂ ਦੀ ਨਦੀ ਤੋਂ ਪਾਰ ਕਰਦੇ ਨੇ। ਐਸਾ ਮਿੱਤਰ ਤਾਂ ਇੱਕ ਹੀ ਹੈ, ਉਹ ਹੈ ਸਤਿਗੁਰੂ। ਕਿਉਂਕਿ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਤ। ਗੁਰੂ ਵਿਚੋਲਾ ਹੈ। ਇਸ ਕਰਕੇ ਗੁਰੂ ਰੂਪੀ ਮੱਲਾ ਹੀ ਸਾਨੂੰ ਪਾਰ ਕਰ ਸਕਦਾ ਹੈ। ਇਸ ਕਰਕੇ ਜਿਨ੍ਹਾਂ ਨੂੰ ਕਈ ਵਾਰੀ ਅਸੀਂ ਮਿੱਤਰ ਸਮਝਦੇ ਹਾਂ, ਸਤਸੰਗੀ ਸਮਝਦੇ ਹਾਂ, ਚੰਗੇ ਸਮਝਦੇ ਹਾਂ, ਔਰ ਗੁਸਤਾਖੀ ਮਾਫ ਧਾਰਮਿਕ ਸਥਾਨਾਂ 'ਤੇ ਬਹੁਤੇ ਲੋਕ ਜਿਹੜੇ ਨੇ ਉਹਨਾਂ ਦੀ ਹਾਲਤ ਐਸੀ ਹੈ ਕਿ ਦੇਖਣ ਨੂੰ ਉਹ ਗੁਰਮੁਖ ਲੱਗਦੇ ਨੇ, ਪਰ ਨਕੋ ਨਕ ਮਨਮੁਖਤਾਈ ਨਾਲ ਭਰੇ ਹੋਏ ਨੇ। ਗੁਰਮੁਖਤਾ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ, ਬਾਣੀ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ, ਗੁਰੂ ਕੇ ਸੇਵਾ ਨਾਲ ਸਿਮਰਨ ਨਾਲ ਕੋਈ ਵਾਸਤਾ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਨੇ, ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਗੁਰਬਾਣੀ ਆਖਦੀ ਹੈ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੂੰ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲਨੇ ਹਰ ਹਰ ਨਾਮ ਤੇ ਹੈ। ਗੁਰਬਾਣੀ ਦਾ ਆਖਰੀ ਕੋਈ ਜਨ ਹਰਸ਼ੋਂ ਦੇਵੈ ਜੋਰ ਚਰਨ ਗਹੂੰ ਬਕੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਕੋਈ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ। ਪਰਮਾਤਮਾ ਨਾਲ ਮਿਲਾਪ ਕਦੋਂ ਹੋਵੇਗਾ? ਜਦੋਂ ਦੁੱਖਾਂ ਦੀ ਇਸ ਨਦੀ ਵਿੱਚੋਂ ਪਾਰ ਹੋਵਾਂਗੇ, ਦੁੱਖਾਂ ਦੀ ਘੁੰਮਣ ਘੇਰੀ ਚੋਂ ਬਾਹਰ ਨਿਕਲਾਂਗੇ। ਐਸੇ ਸੱਜਣ ਪਰ ਮਿਲ ਨਹੀਂ ਰਹੇ, ਐਸੇ ਸਤਸੰਗੀ ਮਿਲ ਨਹੀਂ ਰਹੇ ਜਿਨ੍ਹਾਂ ਦੇ ਨਾਲ ਮਿਲ ਕੇ ਜੀਵਨ ਦੀ ਸਮਝ ਆ ਸਕੇ, ਪਰਿਵਾਰ ਦੀ ਸਮਝ ਆ ਸਕੇ, ਪਰਮਾਰਥ ਦੀ ਸਮਝ ਆ ਸਕੇ। ਕਿਉਂਕਿ ਜਦੋਂ ਆਪਾਂ ਬਾਣੀ ਨਾਲ ਜੁੜਦੇ ਹਾਂ, ਗੁਰੂ ਕੋਲ ਬਹਿੰਦੇ ਹਾਂ, ਤਾਂ ਗੁਰੂ ਨੇ ਸਾਨੂੰ ਸਾਰੀਆਂ ਚੀਜ਼ਾਂ ਦੇ ਬਾਰੇ ਦੱਸ ਦਿੱਤਾ। ਇੱਥੇ ਤੱਕ ਕਹਿ ਦਿੱਤਾ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੋ ਸਭ ਲਾਗੇ ਕਿਆ ਦਾਰਾ ਕਿਆ ਮੀਤ। ਮੇਰੋ ਮੇਰੋ ਸਭੈ ਕਹਿਤ ਹੈ ਹਿਤ ਸੋ ਬਾਂਧਿਓ ਚੀਤ। ਸਾਰੇ ਮੇਰਾ ਮੇਰਾ ਕਹਿ ਰਹੇ ਨੇ, ਸਾਰਿਆਂ ਨੇ ਤੇਰੇ ਧਨ ਨਾਲ ਚਿੱਤ ਜੋੜਿਆ ਹੋਇਆ। ਆਪਣੇ ਹੇਤੂਆਂ ਨਾਲ, ਸੰਬੰਧੀਆਂ ਨਾਲ, ਮਿੱਤਰਾਂ ਨਾਲ ਚਿੱਤ ਜੋੜਿਆ। ਤੇ ਮਾਰ ਕਹਿੰਦੇ ਮਨ ਮੂਰਖ ਅਜੂ ਨ ਸਮਝਤ ਸਿੱਖਦੇ ਹਾਰਿਓ ਨੀਤ। ਨਾਨਕ ਭੋਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਭਵ ਸਾਗਰ ਤੋਂ ਪਾਰ ਉਹੀ ਹੋਵੇਗਾ ਜਿਹੜਾ ਪਰਮਾਤਮਾ ਦੀ ਬੰਦਗੀ ਕਰੇਗਾ, ਪਰਮਾਤਮਾ ਦੇ ਗੁਣ ਗਾਏਗਾ। ਇਸ ਕਰਕੇ ਗੁਰਬਾਣੀ ਨੇ ਆਖਿਆ, ਮਨਮੁਖ ਸਿਉ ਕਰ ਦੋਸਤੀ ਸੁੱਕੇ ਪੁੱਛੈ ਮੇਦ। ਵੀ ਮਨਮੁਖ ਨਾਲ ਦੋਸਤੀ ਕਰਕੇ ਸੁੱਖ ਪੁੱਛਦਾ ਫਿਰਦਾ, ਮੈਂ ਸੁਖੀ ਕਿਉਂ ਨਹੀਂ ਹਾਂ? ਗੁਰਮੁਖ ਸਿਉ ਕਰ ਦੋਸਤੀ ਸਤਿਗੁਰ ਸਿਉ ਲਾਏ ਚਿੱਤ। ਮਾਰ ਕਹਿੰਦੇ ਗੁਰਮੁਖ ਨਾਲ ਦੋਸਤੀ ਕਰ, ਸਤਿਗੁਰ ਦੇ ਨਾਲ ਚਿੱਤ ਜੋੜ। ਜਨਮ ਮਰਨ ਕਾ ਮੂਲ ਕਟਿਆ ਤਾਂ ਸੁਖ ਹੋਵੀ ਮਿਤ। ਜਨਮ ਮਰਨ ਦਾ ਮੂਲ ਵੀ ਕੱਟਿਆ ਜਾਣਾ ਤਾਂ ਤੈਨੂੰ ਸੁਖ ਦੀ ਪ੍ਰਾਪਤੀ ਹੋਣੀ ਹੈ। ਗੁਰਮੁਖ ਨਾਲ ਦੋਸਤੀ, ਸਤਿਗੁਰ ਦੇ ਨਾਲ ਚਿੱਤ ਜੋੜ, ਫਿਰ ਜਨਮ ਮਰਨ ਦਾ ਮੂਲ ਵੀ ਕੱਟਿਆ ਜਾਣਾ ਹੈ ਅਤੇ ਸੱਚ ਜਾਣੀ ਆਤਮਿਕ ਜੀਵਨ ਦਾ ਸੁਖ ਵੀ ਪ੍ਰਾਪਤ ਹੋ ਜਾਣਾ। ਫਿਰ ਬਾਬਾ ਫਰੀਦ ਜੀ ਅੱਗੇ ਸਮਝਾ ਰਹੇ ਨੇ, ਫਰੀਦ ਦਾ ਇਹ ਤਨ ਭੋਖਣਾ ਨਿਤ ਨਿਤ ਦੁਖੀਐ ਕੌਣ। ਹੇ ਫਰੀਦ, ਇਹ ਮੇਰਾ ਸਰੀਰ ਤਾਂ ਭੁੱਖਾ ਹੋ ਗਿਆ। ਪਾਓ ਕਿ ਹਰ ਵੇਲੇ ਨਿਤ ਨਵੇਂ ਪਦਾਰਥ ਮੰਗਦਾ ਰਹਿੰਦਾ। ਭੋਖਣਾ ਦਾ ਅਰਥ ਹੈ ਭੋਗਦਾ ਰਹਿੰਦਾ। ਔਰ ਮਨੁੱਖ ਦਾ ਸਰੀਰ ਹਰ ਰੋਜ਼ ਕੁਛ ਨਾ ਕੁਛ ਨਿਤ ਮੰਗ ਰਿਹਾ, ਨਵੇਂ ਪਦਾਰਥਾਂ ਦੀ ਮੰਗ ਕਰ ਰਿਹਾ। ਮਨੁੱਖ ਦੀ ਹਾਲਤ ਤਾਂ ਐਸੀ ਹੈ ਕਿ ਜਦੋਂ ਇਹ ਸਵੇਰੇ ਉੱਠਦਾ ਹੈ ਨਾ, ਇਸ ਨੂੰ ਤਾਂ ਹੀ ਗੁਰੂ ਸਾਹਿਬ ਨੇ ਭੋਖਣਾ ਕਿਹਾ, ਬਾਬਾ ਫਰੀਦ ਜੀ ਨੇ। ਔਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਆਖਿਆ, ਕਹਿੰਦੇ ਜਦੋਂ ਸਵੇਰ ਮਨੁੱਖ ਉੱਠਦਾ ਤੇ ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੁੱਖੈ ਸਦਾ ਵਿਆਲ। ਹੇ ਬੰਦਿਆ, ਜਦੋਂ ਤੂੰ ਸਵੇਰੇ ਉੱਠਦਾ ਹੈ, ਇੱਕ ਸਵਾਨ ਲੋਭ ਰੂਪੀ ਕੁੱਤਾ
ਦੋ ਸਵਾਰਨੀਆਂ ਆਸਾ ਤੇ ਤ੍ਰਿਸ਼ਨਾ ਉਹ ਤੇਰੇ ਨਾਲ ਹੀ ਉੱਠ ਪੈਂਦੀਆਂ ਨੇ, ਭੌਂਕਣਾ ਸ਼ੁਰੂ ਕਰ ਦਿੰਦੀਆਂ ਸਵੇਰ ਵੇਲੇ। ਲੋਭ ਜਿਹੜਾ ਉਹ ਮਨੁੱਖ ਨੂੰ ਦੌੜਾਉਂਦਾ ਹੈ, ਆਸਾ ਤੇ ਤ੍ਰਿਸ਼ਨਾ ਇਹ ਕੁੱਤੀਆਂ ਜਿਹੜੀਆਂ ਭੋਗਦੀਆਂ ਨੇ ਮਨੁੱਖ ਕੋਲੋਂ ਗਲਤ ਕੰਮ ਕਰਾਉਂਦੀਆਂ ਨੇ। ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੋਖੈ ਸਦਾ ਬਿਆਲ, ਕੂੜ ਛੁੜਾ ਮੁੱਠਾ ਮੁਰਦਾਰ ਤਾਣਕ ਰੂਪ ਰਾਹ ਕਰਦਾ। ਇਹ ਮਨੁੱਖ ਦਾ ਰੂਪ ਬਣ ਜਾਂਦਾ ਤਾਣਕਾ ਵਾਲਾ। ਕੂੜ ਝੂਠ ਨੂੰ ਇਹਨੇ ਛੁਰਾ ਬਣਾਇਆ ਹੋਇਆ, ਮੁਰਦਾਰ ਦੇ ਵਿੱਚ ਮੁੱਠਾ ਲੁੱਟਿਆ ਜਾ ਰਿਹਾ ਹੈ, ਔਰ ਤਾਣਕ ਰੂਪ ਬਣਾਇਆ ਹੋਇਆ। ਇਹ ਸਵੇਰੇ ਲੋਭ ਰੂਪੀ ਕੁੱਤਾ ਤੇ ਆਸਾ ਤੇ ਤਸਨਾ ਦੋ ਕੁੱਤੀਆਂ ਉੱਠ ਪੈਂਦੀਆਂ ਨੇ। ਬਾਬਾ ਫਰੀਦ ਜੀ ਵੀ ਇਹ ਆਖ ਰਹੇ ਨੇ ਕਿ ਇਹ ਮੇਰਾ ਸਰੀਰ ਭੋਗਣਾ ਹੋ ਗਿਆ, ਉਹ ਹਰ ਵੇਲੇ ਨਿਤ ਨਵੇਂ ਪਦਾਰਥ ਮੰਗਦਾ ਰਹਿੰਦਾ ਹੈ। ਇਸ ਦੀਆਂ ਨਿਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖਾਤਰ ਮਨੁੱਖ ਦੁਖੀ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨਿਤ ਨਿਤ ਦੁਖੀਏ ਕੌਣ। ਆਖਣ ਲੱਗੇ ਹੁਣ ਇਸ ਦੀਆਂ ਨਿਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖਾਤਰ ਕੌਣ ਨਿਤ ਔਖਾ ਹੁੰਦਾ ਰਹੇ। ਐਦੀਆਂ ਤੇ ਨਵੀਆਂ ਮੰਗਾਂ ਨੇ, ਇਸ ਕਰਕੇ ਇਸ ਸਰੀਰ ਵਾਸਤੇ ਕੌਣ ਦੁਖੀ ਹੋਵੇ। ਬਾਬਾ ਫਰੀਦ ਜੀ ਕਹਿੰਦੇ ਆਓ ਇਸ ਸਰੀਰ ਵਾਸਤੇ ਹੁਣ ਮੈਂ ਦੁਖੀ ਨਹੀਂ ਹੁੰਦਾ, ਕਿਉਂਕਿ ਸਰੀਰ ਨਿਤ ਨਵੀਆਂ ਮੰਗਾਂ ਕਰਦਾ ਹੈ। ਉਸ ਨੂੰ ਹੀ ਕਿਹਾ ਸੀ ਗੁਰਬਾਣੀ ਦੇ ਵਿੱਚ ਕਿ ਬਾਬਾ ਬੋਲਤੇ ਥੇ ਕਹਾਂ ਗਏ ਦੇਹੀ ਕੇ ਸੰਗ ਰਹਤੇ। ਵੀ ਬਾਬਾ ਜੋ ਬੋਲਤੇ ਥੇ, ਜੋ ਮਨ ਬੋਲ ਰਿਹਾ ਸੀ ਉਹ ਕਿੱਥੇ ਚਲਾ ਗਿਆ, ਹੁਣ ਪਾਉ ਚੁੱਪ ਕਰ ਗਿਆ। ਨਿਰਤ ਮਾਏ ਤੋਂ ਸੁਰਤੇ ਕਰਤੇ ਕਥਾ ਵਾਰਤਾ ਕਹਤੇ। ਜੋ ਇਹ ਕਥਾ ਚੱਲ ਰਹੀ ਸੀ ਪਦਾਰਥਾਂ ਦੀ, ਇਹ ਕਥਾ ਦੁਨੀਆ, ਇਹ ਕਥਾ ਨਹੀਂ ਗੁਰਬਾਣੀ ਦੀ। ਵੀ ਕੋਈ ਪ੍ਰਚਾਰਕ ਜਦੋਂ ਚਲਾ ਜਾਂਦਾ ਸੀ ਕਹਿੰਦੇ ਕਥਾ ਵਾਰਤਾ ਕਰਦਾ ਸੀ, ਜਾਂ ਕੋਈ ਕਈ ਵਾਰੀ ਆਮ ਸੰਸਾਰੀ ਬੰਦੇ ਵੀ ਕਹਿੰਦੇ ਨੇ ਵੀ ਇਹ ਸ਼ਬਦ ਪੜ੍ਹਾ ਦੇਣਾ ਸਾਡੇ ਮਰਨ ਤੋਂ ਬਾਅਦ, ਪਰ ਇਸ ਦੇ ਅਰਥ ਕੁਝ ਹੋਰ ਨੇ। ਜੇ ਸ਼ਬਦ ਨੂੰ ਸਮਝਣਾ ਧਿਆਨ ਨਾਲ, ਕਿਸੇ ਦਾ ਅਰਥ ਪੜ੍ਹ ਕੇ ਵੇਖਣਾ। ਮ੍ਰਿਤਕ ਭਏ ਦਸੈ ਬੰਦ ਛੂਟੇ ਮਿਤ ਭਾਈ ਸਭ ਛੋਰੇ, ਕਹਿ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ। ਪਾਓ ਕਿ ਜਦੋਂ ਇਹ ਵਾਸਨਾਵਾਂ ਮਰ ਗਈਆਂ, ਮਿੱਤਰ ਭਾਈ ਜਿਨ੍ਹਾਂ ਨੂੰ ਮਿੱਤਰ ਸਮਝੀ ਬੈਠੇ ਸੀ, ਸੱਜਣ ਜਿਹੜੇ ਗੱਲਾਂ ਵਾਲੇ ਮਿੱਤਰ ਸਨ, ਮ੍ਰਿਤਕ ਭਏ ਦਸੈ ਬੰਦ ਛੁੱਟੇ, ਜਦੋਂ ਕਿ ਅੰਦਰੋਂ ਇਹ ਵਾਸਨਾਵਾਂ ਮਰ ਗਈ ਤੇ ਇਹ ਜਿਹੜੇ 10 ਸਰੀਰ ਦੇ ਇੰਦਰੇ ਸਨ ਨਾ, ਇਹਨਾਂ ਦੀ ਗੱਲ ਸੁਣਨੀ ਬੰਦ ਕਰ ਦਿੱਤੀ, ਛੱਡ ਦਿੱਤੇ। ਅੱਖਾਂ ਰੂਪ ਮੰਗਦੀਆਂ ਨੇ, ਕੰਨ ਨਿੰਦਾ ਚੁਗਲੀ ਮੰਗਦੇ ਨੇ, ਜਿਹੜਾ ਰਸਨਾ ਹੈ ਇਹ ਨਿੰਦਾ ਚੁਗਲੀ ਕਰਦੀ ਹੈ, ਸਵਾਦ ਮੰਗਦੀ ਹੈ। ਇਹ ਰਸਨਾ ਤੂੰ ਅਨਰਸ ਰਾਤ ਰਹੀ ਕਿਹਾ ਮਹਾਰਾਜ ਨੇ। ਜਿਸ ਦਿਨ ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਇਹ ਅਵਸਥਾ ਜੀਵਨ ਵਿੱਚ ਆ ਗਈ ਕਿਸ ਤਰ੍ਹਾਂ। ਇਹ ਸਾਰੇ ਸ਼ਬਦ ਦੇ ਅਰਥ ਕੁਝ ਹੋਰ ਨੇ ਤੇ ਅਸੀਂ ਕਈ ਵਾਰੀ ਇਸ ਸ਼ਬਦ ਨੂੰ ਗਾਈ ਜਾਂਦੇ ਹਾਂ ਤੇ ਸਾਨੂੰ ਇਸ ਸ਼ਬਦ ਦੇ ਅਰਥ ਨਹੀਂ ਪਤਾ ਹੋਣ ਕਰਕੇ ਅਸੀਂ ਹੋਰ ਪਰਥਾਏ ਗਾਉਂਦੇ ਹਾਂ। ਜਦੋਂ ਕੋਈ ਚੜ੍ਹਾਈ ਕਰ ਜਾਂਦਾ, ਖਾਸ ਕਰਕੇ ਜਿਨ੍ਹਾਂ ਦਾ ਵਾਸਤਾ ਕਥਾ ਕੀਰਤਨ ਨਾਲ ਹੁੰਦਾ ਹੈ, ਤੇ ਅਸੀਂ ਕਹਿ ਦਿੰਦੇ ਹਾਂ ਦੇਖੋ ਬਾਬਾ ਬੋਲਤੇ ਥੇ ਕਹਾਂ ਗਏ, ਕਿੱਥੇ ਚਲੇ ਗਏ। ਇਹ ਅਰਥ ਨਹੀਂ ਹੈ। ਅਰਥ ਹੈ ਕਿ ਉਹ ਮਨ ਹੁਣ ਕਿੱਥੇ ਚਲਾ ਗਿਆ, ਜਿਹੜਾ ਕਿ ਹਰ ਵੇਲੇ ਮਾਇਆ ਦੇ ਬੋਲ ਬੁਲਾਰਿਆਂ ਵਿੱਚ ਲੱਗਿਆ ਹੋਇਆ ਸੀ। ਮ੍ਰਿਤਕ ਭਏ ਦਸੈ ਬੰਦ ਛੋਟੇ ਮਿੱਤਰ ਭਾਈ ਸਭ ਛੋਰੇ। ਹੁਣ ਮਿੱਤਰ ਭਰਾ ਜਿਹੜੇ ਕਿ ਇਹ ਗੱਲਾਂ ਵਾਲੇ ਸੱਜਣ ਮਿੱਤਰ ਸਨ, ਉਹ ਸਾਰੇ ਛੱਡ ਦਿੱਤੇ ਨੇ। ਹੁਣ ਸ਼ਬਦ ਦੇ ਰਾਹੀਂ ਆਪਣੀ ਹਉਮੈ ਨੂੰ ਮਾਰ ਲਿਆ। ਹੁਣ ਸੋਝੀ ਆ ਗਈ ਹੈ। ਇੱਕ ਮਰਨਾ ਸਰੀਰ ਦਾ ਮਰਨਾ, ਇੱਕ ਆਪਣੀ ਵਾਸਨਾਵਾਂ ਦਾ ਮਾਰ ਲੈਣਾ, ਆਪਣੀਆਂ ਖੁਆਇਸ਼ਾਂ ਦਾ ਮਾਰ ਲੈਣਾ। ਫਿਰ ਕੀ ਹੋਏਗਾ, ਕਹਿ ਕਬੀਰ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ। ਜਿਹੜਾ ਹਰੀ ਪਰਮਾਤਮਾ ਨੂੰ ਧਿਆਉਂਦਾ ਹੈ ਨਾ ਜਿਉਂਦਾ ਜੀ, ਉਹ ਜਿਉਂਦਿਆਂ ਜੀ ਸੰਸਾਰ ਤੋਂ ਆਪਣੇ ਬੰਧਨ ਤੋੜ ਲੈਂਦਾ ਹੈ। ਇੱਥੇ ਵੀ ਇਹੀ ਗੱਲ ਆਖ ਰਹੇ ਨੇ ਬਾਬਾ ਫਰੀਦ ਜੀ, ਫਰੀਦਾ ਇਹ ਤਨ ਭੋਖਣਾ ਨਿਤ ਨਿਤ ਦੁਖੀ ਹੈ ਕੌਣ। ਇਹ ਮੇਰਾ ਸਰੀਰ ਤਾਂ ਰੋਜ਼ ਭੁੱਖਾ ਬਣ ਗਿਆ, ਪਰ ਉਹ ਹਰ ਵੇਲੇ ਨਿਤ ਨਵੇਂ ਪਦਾਰਥ ਮੰਗਦਾ ਰਹਿੰਦਾ। ਇਸ ਦੀਆਂ ਨਿਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖਾਤਰ ਪਰ ਕੌਣ ਨਿਤ ਔਖਾ ਹੋਵੇ। ਨਿਤ ਨਿਤ ਦੁਖੀ ਹੈ ਕੌਣ, ਨਿਤਾ ਪ੍ਰਤੀ ਕੌਣ ਦੁਖੀ ਹੋਵੇ। ਇਹਦੀਆਂ ਨਵੀਆਂ ਮੰਗਾਂ ਨੇ ਰੋਜ਼। ਅੱਖਾਂ ਰੋਜ਼ ਨਵਾਂ ਰੂਪ ਮੰਗਦੀਆਂ ਨੇ, ਇਹ ਰਸਨਾ ਰੋਜ਼ ਨਵੇਂ ਪਦਾਰਥਾਂ ਦਾ ਸਵਾਦ ਮੰਗਦੀ ਹੈ। ਕੰਨ ਜਿਹੜੇ ਨੇ ਨਵਾਂ ਸੰਗੀਤ ਮੰਗਦੇ ਨੇ। ਸਰੀਰ ਦਾ ਹਰ ਇੱਕ ਅੰਗ ਨਕ ਨਵੀਂ ਵਾਸਨਾ ਮੰਗਦਾ ਹੈ। ਪੈਰ ਹਰ ਵੇਲੇ ਨਵੇਂ ਥਾਂ ਤੇ ਜਾਣਾ ਚਾਹੁੰਦੇ ਨੇ।
ਇਸ ਕਰਕੇ ਹੁਣ ਇਹਨਾਂ ਵਾਸਨਾਵਾਂ ਦੇ ਪਿੱਛੇ ਬਾਬਾ ਫਰੀਦ ਜੀ ਕਹਿੰਦੇ ਨੇ ਹੁਣ ਨਿਤੀ ਕੌਣ ਔਖਾ ਹੁੰਦਾ ਰਹੇ। ਕਿਉਂਕਿ ਮੈਨੂੰ ਨਹੀਂ ਪੁੱਛਦਾ ਕਿ ਨਿਤ ਔਖਾ ਹੁੰਦਾ ਰਹਾ, ਮੈਂ ਹੁਣ ਨਿਤ ਔਖਾ ਨਹੀਂ ਹੁੰਦਾ, ਇਹਦੇ ਪਿੱਛੇ ਮੈਂ ਕਿਉਂ ਦੁਖੀ ਹੋਵਾਂ। ਜੇ ਕਿਤੇ ਜੀਵਨ ਦੇ ਇਹ ਸ਼ਲੋਕ ਦੀ ਸਮਝ ਆ ਜਾਏ ਸਾਨੂੰ ਕਿ ਜਿਨ੍ਹਾਂ ਵਾਸਨਾਵਾਂ ਵਿੱਚ ਲੱਗਿਆ ਹੋਇਆ ਮੈਂ ਦੁਖੀ ਹੋ ਰਿਹਾ, ਜੇ ਮੈਂ ਇਹ ਵਾਸਨਾਵਾਂ ਤਿਆਗ ਦੇਵਾਂ ਤੇ ਨਿਤ ਦਾ ਦੁੱਖ ਮੇਰਾ ਮੁੱਕ ਸਕਦਾ ਹੈ। ਪਰ ਮਨੁੱਖ ਨਿਤ ਦੀਆਂ ਇਹਨਾਂ ਵਾਸਨਾਵਾਂ ਦੇ ਪਿੱਛੇ, ਨਿਤ ਦੇ ਨਵੇਂ ਪਦਾਰਥਾਂ ਦੀ ਮੰਗ, ਸਾਹਿਬ ਮੇਰਾ ਨੀਤ ਨਵਾਂ ਉਹਦੀ ਮੰਗ ਨਹੀਂ, ਨਵੇਂ ਪਦਾਰਥਾਂ ਦੀ ਮੰਗ ਹੈ ਮਨੁੱਖ ਦੇ ਅੰਦਰ, ਸਾਹਿਬ ਦੀ ਮੰਗ ਨਹੀਂ ਹੈ। ਇਸ ਕਰਕੇ ਹੀ ਮਨੁੱਖ ਦੁਖੀ ਹੋ ਰਿਹਾ ਹੈ, ਕਿਉਂਕਿ ਕਦੇ ਸੰਤੁਸ਼ਟੀ ਨਹੀਂ ਆ ਰਹੀ, ਜੀਵਨ ਵਿੱਚ ਸਬਰ ਨਹੀਂ ਆ ਰਿਹਾ, ਸੰਤੋਖ ਨਹੀਂ ਆ ਰਿਹਾ, ਮੰਗ ਹਰ ਰੋਜ਼ ਵੱਧਦੀ ਜਾ ਰਹੀ ਹੈ। ਇੱਕ ਮੰਗ ਪੂਰੀ ਹੁੰਦੀ ਹੈ, 10 ਮੰਗਾਂ ਅੱਗੇ ਆ ਜਾਂਦੀਆਂ ਨੇ। ਇਸ ਕਰਕੇ ਗੁਰਬਾਣੀ ਨੇ ਇੱਕ ਵਿਚਾਰ ਬਖਸ਼ੀ ਕਿ ਤ੍ਰਿਸ਼ਨਾ ਵਿਰਲੇ ਕੀ ਹੀ ਬੁਝੀ ਹੈ, ਏਕ ਜੋਰੇ ਲੱਖ ਕਰੋਰੇ, ਪਰੈ ਪਰੈ ਕੋਹੀ ਲੁਜੀ ਰੇ। ਵੱਡੇ ਵੱਡੇ ਰਾਜਨ ਹਰ ਭੂਮਨ ਤਾਕੀ ਤ੍ਰਿਸ਼ਨਾ ਬੁਝੀ, ਤਾਕੀ ਤ੍ਰਿਸ਼ਨਾ ਨਾਸੀ। ਮਾਰਕ ਨੇ ਵੱਡੇ ਵੱਡੇ ਰਾਜੇ, ਜ਼ਮੀਂਦਾਰ, ਭੂਪਤੀ, ਰਾਜੇ ਮਹਾਰਾਜੇ, ਉਹਨਾਂ ਦੀ ਵੀ ਤ੍ਰਿਸ਼ਨਾ ਨਹੀਂ ਬੁਝੀ। ਉਹ ਤ੍ਰਿਸ਼ਨਾ ਹੀ ਸਾਨੂੰ ਦੁਖੀ ਕਰਦੀ ਹੈ, ਉਹ ਵਾਸਨਾਵਾਂ ਹੀ ਮਨੁੱਖ ਨੂੰ ਦੁਖੀ ਕਰਦੀਆਂ ਨੇ। ਬਾਬਾ ਜੀ ਕਹਿੰਦੇ ਨੇ ਨਿਤ ਨਿਤ ਦੁਖੀਏ ਕੌਣ। ਹੁਣ ਇਹਨਾਂ ਵਾਸਨਾਵਾਂ ਦੇ ਪਿੱਛੇ ਨਿੱਤਾ ਪ੍ਰਤੀ ਕੌਣ ਰੋਜ਼ ਔਖਾ ਹੁੰਦਾ ਰਹੇ, ਦੁਖੀ ਹੁੰਦਾ ਰਹੇ। ਬਾਬਾ ਜੀ ਤੁਸੀਂ ਕਿਵੇਂ ਕੀਤਾ ਕਿ ਇਹ ਵਾਸਨਾਵਾਂ ਜਿਹੜੀਆਂ ਨਿਤ ਮਨੁੱਖ ਨੂੰ ਸਤਾਉਂਦੀਆਂ ਨੇ, ਤੁਸੀਂ ਹੁਣ ਇਹਨਾਂ ਤੋਂ ਦੁਖੀ ਨਹੀਂ ਹੁੰਦੇ, ਤੁਹਾਨੂੰ ਕਿਵੇਂ ਸੋਝੀ ਆਈ, ਤੁਸੀਂ ਕੀ ਕੀਤਾ? ਆਖਣ ਲੱਗੇ ਕੰਨੀ ਬੁਝੇ ਦੇ ਰਹਾ ਕਿਤੇ ਵਗੈ ਪੌਣ। ਆਖਣ ਲੱਗੇ ਮੈਂ ਤਾਂ ਕੰਨਾਂ ਵਿੱਚ ਬੁਝੇ ਦੇ ਹੀ ਰੱਖਾਂਗਾ, ਪਾਓ ਜਿਤਨੀ ਚਾਹੇ ਹਵਾ ਚੁਲਦੀ ਰਹੇ। ਬੁਝੇ ਦਾ ਅਰਥ ਹੈ ਕਿ ਕੰਨਾਂ ਦੇ ਵਿੱਚ ਕੋਈ ਚੀਜ਼ ਪਾ ਲੈਣੀ ਜੋ ਕਿ ਬਾਹਰ ਦੀ ਗੱਲਾਂ ਸੁਣਨੀ ਨਾ। ਇੱਕ ਬੰਦਾ ਮੈਨੂੰ ਆਖਣ ਲੱਗਾ ਕਿ ਮੇਰੇ ਘਰ ਦਾ ਕਲੇਸ਼ ਮਿਟ ਸਕਦਾ, ਘਰ ਰੋਜ਼ ਕਲੇਸ਼ ਰਹਿੰਦਾ, 100 ਗੱਲਾਂ ਰੋਜ਼ ਸੁਣਨੀਆਂ ਪੈਂਦੀਆਂ ਨੇ। ਮੈਂ ਕਿ ਇੱਕ ਤਰੀਕਾ, ਕਹਿੰਦੇ ਸੌਣ ਲੱਗਿਆਂ ਵੀ ਚੈਨ ਨਹੀਂ, ਸੌਂਦੇ ਹੋਏ ਵੀ 10 ਗੱਲਾਂ ਘਰ ਸੁਣਨੀਆਂ ਪੈਂਦੀਆਂ। ਮੈਂ ਕਿ ਤਰੀਕਾ ਹੈਗਾ ਇੱਕ, ਕਹਿੰਦੇ ਦੱਸੋ। ਮੈਂ ਕਿ ਜੇ ਤੂੰ ਸ਼ਾਂਤ ਹੋਣਾ ਚਾਹੁੰਦਾ ਹੈ ਤੇ ਇਸ ਸੰਸਾਰ ਦੀ ਤ੍ਰਿਸ਼ਨਾ ਤੋਂ ਬਚਣਾ ਚਾਹੁੰਦਾ ਹੈ, ਦੁੱਖਾਂ ਤੋਂ ਬਚਣਾ ਚਾਹੁੰਦਾ ਹੈ, ਤੇ ਕੰਨਾਂ ਵਿੱਚ ਉਂਗਲੀਆਂ ਦੇ ਲੈ ਕਰ। ਕਹਿੰਦੇ ਇਹ ਗੱਲ ਸਮਝ ਨਹੀਂ ਆਈ। ਮੈਂ ਕਿ ਨਾ ਤੂੰ ਪਰਿਵਾਰ ਦੇ ਕਲੇਸ਼ ਦੀਆਂ ਗੱਲਾਂ ਸੁਣੇਗਾ ਨਾ ਦੁਖੀ ਹੋਏਗਾ। ਦੁਖੀ ਕਿਉਂ ਹੁੰਦੇ ਅਸੀਂ? ਸੁਣਦੇ ਹਾਂ ਦੁਖੀ ਹੋ ਜਾਂਦੇ। ਫਲਾਣੇ ਨੇ ਮੇਰੀ ਨਿੰਦਾ ਕੀਤੀ, ਫਲਾਣੇ ਨੇ ਮੈਨੂੰ ਇਹ ਆਖਿਆ, ਔਰ ਇਹ ਸਭ ਤੋਂ ਚੰਗਾ ਤਰੀਕਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਆਪਣੇ ਕੰਨਾਂ ਵਿੱਚ ਬੁਝੇ ਦੇ ਹੀ ਰੱਖਾਂਗਾ, ਜਿਤਨੀ ਚਾਹੇ ਬਾਹਰ ਹਵਾ ਝੁਲਦੀ ਫਿਰੇ, ਕੰਨੀ ਬੁਝੇ ਦੇ ਰਾਂ ਕਿਤੀ ਵਗੈ ਪੌਣ। ਔਰ ਜਿਤਨੀ ਚਾਹੇ ਸਰੀਰ ਮੰਗਾ ਮੰਗਣ ਦਾ ਰੋਲਾ ਪਾਈ ਜਾਵੇ, ਪਰ ਮੈਂ ਇਸ ਦੀ ਇੱਕ ਵੀ ਨਹੀਂ ਸੁਣਾਂਗਾ। ਬਸ ਇਹ ਸਰੀਰ ਜਿਹੜਾ ਰੋਲਾ ਪਾਉਂਦਾ ਹੈ, ਅੱਖਾਂ ਰੋਲਾ ਪਾਉਂਦੀਆਂ ਨੇ ਪਰਾਇਆ ਰੂਪ ਤੱਕ ਕੇ, ਇਹ ਵੀ ਪ੍ਰਾਪਤ ਕਰਨ ਵਾਸਤੇ ਦੌੜਦਾ ਫਿਰ ਬੰਦਾ। ਅੱਖਾਂ ਮਨੁੱਖ ਨੂੰ ਪਰਾਇਆ ਰੂਪ ਤੱਕ ਲੈ ਜਾਂਦੀਆਂ ਨੇ, ਉਸ ਦੇ ਮਗਰ ਮਗਰ ਦੌੜਦਾ ਜਾਂਦਾ ਹੈ। ਇਹ ਤਾਂ ਪੌਣ ਵਗ ਰਹੀ ਹੈ ਨਾ। ਕੰਨਾਂ ਨਿਤ ਦਾ ਨਵਾਂ ਸੰਗੀਤ, ਨਵਾਂ ਨਿੰਦਾ ਚੁਗਲੀ ਹੋਰ ਸੁਣਨ ਵਾਸਤੇ ਆਦੀ ਹੋਈਆਂ ਨੇ, ਤੇ ਖਿਆਲ ਕਰਨਾ ਇਹ ਰੋਜ਼ ਦੌੜਦੇ ਨੇ। ਜੇ ਕੰਨਾਂ ਵਿੱਚ ਜੇ ਬੁਝਾ ਦੇ ਲਈਏ, ਕੋਈ ਸਮਾਨ ਪਾ ਲਈਏ, ਉਂਗਲਾਂ ਪਾ ਲਈਏ, ਤੇ ਨਾ ਕੰਨ ਸੁਣਨਗੇ ਨਾ ਉਸ ਵਾਸਨਾ ਵੱਲ ਦੌੜਨਗੇ। ਇਸ ਕਰਕੇ ਗੁਰਬਾਣੀ ਨੇ, ਬਾਬਾ ਫਰੀਦ ਜੀ ਨੇ ਇਤਨੀ ਵਧੀਆ ਵਿਚਾਰ ਇੱਥੇ ਮਨੁੱਖ ਨੂੰ ਦੱਸੀ ਹੈ ਕਿ ਆਪਣੇ ਕੰਨਾਂ ਦੇ ਵਿੱਚ ਤੂੰ ਬੁਝੇ ਦੇ ਲੈ, ਨਾ ਸੰਸਾਰ ਦੀ ਗੱਲ ਸੁਣੇਗਾ। ਔਰ ਇਹ ਪਦਾਰਥ ਜਦੋਂ ਮੰਗਾਂ ਮੰਗਣਗੇ ਤੇ ਜਦੋਂ ਤੂੰ ਆਪਣੇ ਕੰਨ ਬੰਦ ਕਰ ਲਾਏਗਾ, ਪਾਓ ਕਿ ਇਹਨਾਂ ਦੀ ਗੱਲ ਨਹੀਂ ਸੁਣੇਗਾ। ਕੰਨ ਬੰਦ ਕਰਨ ਦਾ ਅਰਥ ਹੁੰਦਾ ਕਿਸੇ ਦੀ ਗੱਲ ਨਾ ਸੁਣਨੀ, ਆਪਣੇ ਕੰਨਾਂ ਨੂੰ ਉਸ ਪਾਸੋਂ ਹਟਾ ਲੈਣਾ। ਤੇ ਖਿਆਲ ਕਰਨਾ, ਜਦੋਂ ਅਸੀਂ ਇਸ ਸਰੀਰ ਦੀਆਂ ਮੰਗਾਂ ਦਾ ਰੋਲਾ ਜੀਵਨ ਵਿੱਚੋਂ ਹਟਾ ਦਿੱਤਾ,
ਪਰਿਵਾਰ ਦੀਆਂ ਮੰਗਾਂ ਦਾ ਰੋਲਾ ਹਟਾ ਦਿੱਤਾ, ਵਾਸਨਾਵਾਂ ਦੀਆਂ ਮੰਗਾਂ ਦਾ ਰੋਲਾ ਹਟਾ ਦਿੱਤਾ, ਵਾਸਨਾ ਅੱਗੇ ਜਾਂਦੀ ਹੈ। ਜੋ ਅਸੀਂ ਸੋਚਿਆ ਉਹ ਮਿਲ ਗਈ ਤੇ ਵਾਸਨਾ ਉੱਥੇ ਨਹੀਂ ਠਹਿਰੇਗੀ, ਵਾਸਨਾ ਅਗਲੇ ਘਰ ਚਲੀ ਜਾਏਗੀ, ਵਿਕਾਰ ਅਗਲੇ ਘਰ ਚਲੇ ਜਾਣਗੇ। ਪਰ ਜੇ ਇੱਕ ਵਾਰੀ ਅਸੀਂ ਠੱਪ ਦਿੱਤਾ, ਵਾਸਨਾਵਾਂ ਦੀ ਗੱਲ ਸੁਣਨੀ ਬੰਦ ਕਰ ਦਿੱਤੀ, ਬਾਬਾ ਫਰੀਦ ਜੀ ਕਹਿੰਦੇ ਨੇ, ਤੇ ਫਿਰ ਭਾਵੇਂ ਜਿਤਨੀ ਮਰਜ਼ੀ ਵਾਸਨਾ ਹੋਵੇ ਸੰਸਾਰ ਦੇ ਵਿੱਚ, ਸਰੀਰ ਜਿਤਨੀ ਮਰਜ਼ੀਆਂ ਮੰਗਾਂ ਹੋਣ ਔਰ ਸਰੀਰ ਉਹਨਾਂ ਮੰਗਾਂ ਦਾ ਰੋਲਾ ਪਾਵੇ, ਮੈਂ ਇਸ ਦਾ ਰੋਲਾ ਸੁਣਨਾ ਹੀ ਬੰਦ ਕਰ ਦਿੱਤਾ। ਮੈਂ ਤਾਂ ਇੱਕ ਵੀ ਨਹੀਂ ਸੁਣਾਂਗਾ, ਭਾਵੇਂ ਜਿਤਨਾ ਮਰਜ਼ੀ ਸਰੀਰ ਰੋਲਾ ਪਾਉਂਦਾ ਰਹੇ। ਸੋ ਇਹ ਸਮਝਾਉਣਾ ਚਾਹੁੰਦੇ ਨੇ ਕਿ ਇੱਕ ਤਾਂ ਬੰਦੇ ਦੇ ਮਨ ਵਿੱਚ ਟੋਏ ਟਿੱਬੇ ਬਣੇ ਹੋਏ ਹਨ, ਦੂਜੇ ਦੁਨੀਆ ਦੇ ਮਨਮੋਹਣੇ ਜਿਹੜੇ ਪਦਾਰਥ ਨੇ ਹਰੇਕ ਜੀਵ ਨੂੰ ਖਿੱਚ ਪਾ ਰਹੇ ਹਨ। ਹਰੇਕ ਜੀਵ ਉਹਨਾਂ ਪਦਾਰਥਾਂ ਤੋਂ ਖਿੱਚਿਆ ਜਾ ਰਿਹਾ ਹੈ ਤੇ ਨਤੀਜਾ ਇਹ ਨਿਕਲਦਾ ਕਿ ਜਗਤ ਦੁੱਖਾਂ ਦੀ ਖਾਣ ਬਣ ਗਿਆ, ਪਦਾਰਥਾਂ ਦੀ ਖਾਤਰ ਭਟਕ ਰਿਹਾ। ਖਾਣ ਨੂੰ ਰੋਟੀ ਚਾਹੀਦੀ ਹੈ, ਰਹਿਣ ਨੂੰ ਮਕਾਨ ਚਾਹੀਦਾ ਹੈ, ਢੱਕਣ ਨੂੰ ਤਨ ਕੱਪੜਾ ਚਾਹੀਦਾ ਹੈ। ਪਰ ਮਨੁੱਖ ਜਦੋਂ ਜ਼ਿਆਦਾ ਵਾਸਨਾਵਾਂ ਵਿੱਚ ਪੈ ਜਾਂਦਾ ਹੈ ਔਰ ਉਸ ਚੀਜ਼ ਦੀ ਪੂਰਤੀ ਨਹੀਂ ਹੁੰਦੀ, ਫਿਰ ਮਨੁੱਖ ਦੁਖੀ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨਤੀਜਾ ਇਹੀ ਨਿਕਲ ਰਿਹਾ ਹੈ ਕਿ ਸੰਸਾਰ ਦੇ ਦੁਨੀਆ ਦੇ ਮਨਮੋਹਣੇ ਪਦਾਰਥ ਜਿਹੜੇ ਨੇ ਉਹ ਮਨੁੱਖ ਨੂੰ ਖਿੱਚ ਪਾ ਰਹੇ ਨੇ, ਤੇ ਉਸ ਮਨਮੋਹਣੇ ਪਦਾਰਥਾਂ ਦੀ ਖਿੱਚ ਜਿਹੜੇ ਪਾ ਰਹੇ ਨੇ ਉਸ ਨੂੰ ਪੂਰਤੀ ਕਰਨ ਵਾਸਤੇ ਮਨੁੱਖ ਠੱਗੀਆਂ ਮਾਰ ਰਿਹਾ, ਚੋਰੀਆਂ ਕਰ ਰਿਹਾ, ਗਲਤ ਕੰਮ ਕਰ ਰਿਹਾ, ਲੋਕਾਂ ਨੂੰ ਲੁੱਟ ਰਿਹਾ, ਸਭ ਕੁਝ ਕਰੀ ਜਾ ਰਿਹਾ। ਹਰ ਇੱਕ ਕੰਮ ਮਨੁੱਖ ਕਰਨ ਵਾਸਤੇ ਤਿਆਰ ਹੈ। ਇਸ ਕਰਕੇ ਉਹਦਾ ਨਤੀਜਾ ਇਹ ਹੈ ਕਿ ਸੰਸਾਰ ਦੁੱਖਾਂ ਦੀ ਖਾਣ ਬਣ ਗਿਆ। ਹਰ ਇੱਕ ਮਨੁੱਖ ਇੱਥੇ ਤਾਂ ਹੀ ਦੁਖੀ ਹੈ ਕਿਉਂਕਿ ਵੈਸੇ ਦੁੱਖ ਕੋਈ ਨਹੀਂ ਸੰਸਾਰ ਵਿੱਚ, ਪਰ ਵਾਸਨਾਵਾਂ ਨੇ ਮਨੁੱਖ ਨੂੰ ਦੁਖੀ ਕੀਤਾ ਹੋਇਆ, ਚਾਹਤਾਂ ਨੇ ਮਨੁੱਖ ਨੂੰ ਦੁਖੀ ਕੀਤਾ ਹੋਇਆ। ਜਿਸ ਦੇ ਨਾਲ ਜੀਵਨ ਵਿੱਚੋਂ ਚਾਹਤ, ਵਾਸਨਾਵਾਂ ਮੁੱਕ ਗਈਆਂ, ਇੱਛਾਵਾਂ ਮੁੱਕ ਗਈਆਂ ਔਰ ਇੱਕੋ ਹੀ ਵਾਸਨਾ ਦਾ ਜਨਮ ਰਹਿ ਗਿਆ ਕਿ ਰੱਬ ਕੇਵਲ ਤੂੰ ਚਾਹੀਦਾ, ਤੇਰੀ ਯਾਦ ਆਉਣੀ ਚਾਹੀਦੀ ਹੈ, ਤੇਰਾ ਸਿਮਰਨ ਵਧਣਾ ਚਾਹੀਦਾ ਹੈ, ਤੇਰੀ ਬੰਦਗੀ ਵਧਣੀ ਚਾਹੀਦੀ, ਜਿਸ ਨਾਲ ਪਰਮੇਸ਼ਰ ਨਾਲ ਸਾਂਝ ਬਣੇਗੀ, ਉਸ ਪਰਮਾਤਮਾ ਨਾਲ ਸੰਬੰਧ ਜੁੜੇਗਾ, ਜੀਵਨ ਮੁਕਤ ਹੋ ਜਾਵਾਂਗੇ ਔਰ ਇਹ ਸੰਬੰਧ ਸਾਰੇ ਟੁੱਟ ਜਾਣਗੇ ਜਿਨ੍ਹਾਂ ਸੰਬੰਧਾਂ ਕਰਕੇ ਅਸੀਂ ਉਸ ਰੱਬ ਨੂੰ ਭੁਲਾ ਕੇ ਬੈਠੇ ਹੋਏ ਹਾਂ। ਗੁਰੂ ਕਿਰਪਾ ਕਰੇ ਕਿ ਸਾਡੇ ਜੀਵਨ ਵਿੱਚੋਂ ਇਹ ਦੁੱਖ ਸਾਰੇ ਪਾਸੇ ਹੋ ਜਾਣ। ਮਨਮੋਹਣੇ ਪਦਾਰਥ ਜਿਹੜੇ ਨੇ ਉਹ ਸਾਡਾ ਖੇੜਾ ਛੱਡ ਦੇਣ। ਉਹ ਤਾਂ ਹੀ ਹੋਵੇਗਾ ਜਦੋਂ ਅਸੀਂ ਆਪਣੇ ਇੰਦਰੀਆਂ ਨੂੰ ਗੁਰਬਾਣੀ ਦੀ ਬਰਕਤ ਦੇ ਨਾਲ ਵਰਜਾਂਗੇ ਔਰ ਗੁਰ ਸ਼ਬਦ ਨਾਲ ਜੋੜਾਂਗੇ, ਫਿਰ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰ ਕੋ ਆਪੇ ਮਿਲੇ। ਧੰਨਵਾਦ ਸਾਰਿਆਂ ਦਾ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕਵਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਸੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡੜੈ। ਬਿਸੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡੜੈ। ਬਿਸੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਕ ਕੋਟ ਤਮਾਸਿਆ, ਚਿਤਨਾ ਆਵ ਸੁਨਾਓ। ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਓ। ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਝੂਠ ਸਮਗਰੀ ਪੇਖ ਸਚ ਕਰ ਜਾਣਿਆ। ਕਾਮ ਕ੍ਰੋਧ ਹੰਕਾਰ ਫਿਰੈ ਦੀਵਾਨਿਆ। ਸਿਰ ਲੱਗਾ ਜਮ ਦੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੈ ਸਤਾਨਿਆ। ਕਾਮ ਕ੍ਰੋਧ ਹੰਕਾਰ ਫਿਰੈ ਦੀਵਾਨਿਆ। ਸਿਰ ਲੱਗਾ ਜਮ ਦੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਹਿਲਾ ਰਾਗ ਗੁੜਦੀਵ ਕੀ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਖੇ ਕਰਤੇ ਕਾ ਹੋਏ ਵਿਚਾਰੋ ਤਦ ਕਰ ਗਾਵੋ। ਸੋਹਿਲਾ ਸਿਵਰੋ ਸਿਰਜਨਹਾਰੋ ਤੁਮ ਗਾਵੋ। ਮੇਰੇ ਨਿਰਭਉ ਕਾ ਸੋਹਿਲਾ ਹੂੰ ਵਾਰਿਜ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤਨ ਜਿਹੜੇ ਸੰਭਾਲ ਨੂੰ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਬਸ ਦਾਤੇ ਕੌਣ ਸਮਾਰ। ਸਮਝ ਸਾਲ ਖਿਆਮਲ ਕਰ ਪਾਵੋ ਤੇਲ ਦੇਵ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਜਣਹਾਰ ਸਿਮਰੀਏ ਨਾਨਕ ਸੇ ਦੇ ਆਵਨ ਰਾਗ ਆਸਾ ਮਹਿਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬੜਾਈ ਤੋਏ ਰਹਾਓ। ਇਸ ਵਿੱਚ ਅਸਿਆਂ ਘੜੀਆਂ ਪਹਿਰਾਂ ਤੀਂ ਵਾਰੀ ਮਹਾ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਤਰਾਂ ਸੇ ਮਹਿਲਾ ਪਹਿਲਾ। ਗगन में थाल रवचन दीपक बने तारका मंडल जनक मोती तुह मनाल दो पवन चबरो करे सकल बंडाए फुलंत ज्योति। कैसी आरती होए बहु खड़ना तेरी आरती न तत्शब्द बाजन पहरी रहाओ। सहस तब नैन नैन है तो को सहस मूर्त न नायक तो ही सहस पद विमलन एक पद गंध बिन सहस तब गंधीव चलत मोही। सब में जोत जोत है सोए तिस दै चानन सब में चानन होए गुर साखी जोत प्रगट होए। जो तिस भावै सुआरती होए हर चरण करुण मकरन लोच मनोन दिनों मोहे आही प्यासा। कृपा जल दे नानक सारंग को हो जाते त्रिनाय बासा। राग गुड़ी पूरी महला चौथा। काम क्रोध नगर पो परया मिल साधु खंडल खंडा है। पूरब लिखल लिखे गुर पाया मन हाले मंडल मंडा है। कर साधु अंजलि पन बड्डा है कर डंडोत पन बड्डा है रहाओ। साकत हर साध न जाने तन अंतर हो में कंडा है। जो जो चला चुबे दुख पामे जुम काल सह से डंडा है। हर जन हर हर नाम समाने दुख जन मन बहु खंडा है। अविनाशी प्रभ पाया परमेश्वर बहुत सौ खंड ब्रह्मंडा है। हम गरीब मस्कीन प्रभ तेरे हर राख राख बड़ बड्डा है। जन नानक नाम धाटे खैर नामे ही सुख मंडा है। राग गोड़ी पूरी महला पंजवा। करो बिनती सुन बिन मितासन टहल की वेला। इहाँ खाड़ चलो हर लाह आगे वसन सवेला। ओत घटै दिनस रह नारे मन गुर मिल का सवारे रहाओ। ये संसार विकार संशय में तरियो ब्रह्म ज्ञानी जिसे जगाए प्यावे एह रस। अकद कथा तिन जानी जाको आए सोए विहा। जो हर गुर ते मन बसेरा निज कर मैल पाओ सुख सहजे बहुर न होए गो फेरा। अंतर जामी पुरख विदाते श्रद्धा मन की पूरे। नानक दास है सुख मांगे मुख कर संतन की तूरे। अंतर जामी पुरख विधाते श्रद्धा मन की पूरे। नानक दास यह सुख मांगे मुख कर संतन की तूरे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।